ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਹੀ ਕਿਸ ਕੀ ਬਾਪਰੀ, ਸਿੱਖੀ ਜੇ ਸਾਬਤ ਹੋਏ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਅਰਦਾਸ ਕਰੋ ਕਿ ਜਦੋਂ ਮੇਰੇ ਬੰਦ ਕੱਟੇ ਜਾਣਗੇ ਉਦੋਂ ਮੇਰਾ ਮਨ ਨਹੀਂ ਡੋਲੇਗਾ। ਇਹ ਬਖਸ਼ਿਸ਼ ਗੁਰੂ ਸਾਹਿਬ ਕਰ ਦੇਣ ਤਾਂ ਕਿ ਮੈਂ ਹੱਸਦਿਆਂ ਹੱਸਦਿਆਂ ਸ਼ਹੀਦੀ ਪਾ ਜਾਵਾਂ, ਕਿਉਂਕਿ ਇਹ ਸਰੀਰ ਤਾਂ ਕੀ ਚੀਜ਼ ਹੈ, ਕੁਝ ਵੀ ਨਹੀਂ। ਦੇਹੀ ਕਿਸ ਕੀ ਵਾਪਰੀ, ਵਿਚਾਰੀ ਦੇਹ ਕੀ ਚੀਜ਼ ਹੈ, ਇਹ ਤਾਂ ਮਿੱਟੀ ਦੀ ਮਡੋਲੀ ਹੈ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਹ ਤਾਂ ਹੱਡੀਆਂ ਦਾ ਢਾਂਚਾ ਜੇ, ਮਾਸ ਦਾ, ਨਾੜੀਆਂ ਦਾ, ਇਹ ਇੱਕ ਦਿਨ ਜਾਣਾ ਹੀ ਜਾਣਾ। ਸਿੱਖੀ ਬੜੀ ਦੁਰਲੱਭ ਚੀਜ਼ ਹੈ, ਜੇ ਸਿੱਖੀ ਸਾਬਤ ਰਹਿ ਜਾਵੇ। ਦੇਹ ਤੋ ਆਵਨ ਜਾਣ ਹੈ, ਸਿੱਖੀ ਲੱਭੈ ਕਬ ਕੋਏ। ਦੇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਸਿੱਖੀ ਕਦੋਂ ਲੱਭਦੀ ਹੈ? ਸਿੱਖੀ ਨਹੀਂ ਲੱਭਦੀ, ਸਿੱਖੀ ਬਹੁਤ ਮੁਸ਼ਕਲ ਲੱਭਦੀ ਹੈ। ਚਾਉ ਪਈ ਤਬ ਸਿੱਖਣ ਸੋਊ ਮਨ ਲਈ। ਇਹ ਬਚਨ ਗੁਰੂ ਕੇ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦਾ ਮੰਨ ਲਿਆ। ਸਿੱਖਣ ਪੰਜਨ ਆਗਿਆ ਕਈ। ਪੰਜਾਂ ਸਿੰਘਾਂ ਨੇ ਅਰਦਾਸ ਕੀਤੀ, ਆਗਿਆ ਕੀਤੀ, ਬਚਨ ਕੀਤਾ ਖਾਲਸੇ ਨੇ। ਸਿੱਖੀ ਸਾਬਤ ਸਿੱਖ ਕੀ ਰਹੈ। ਕਿ ਮਹਾਰਾਜ ਕਿਰਪਾ ਕਰੋ ਭਾਈ ਮਨੀ ਸਿੰਘ ਹੋਰਾਂ ਦੀ ਸਿੱਖੀ ਸਾਬਤ ਰਹਿ ਜਾਵੇ। ਕਰ ਅਰਦਾਸ ਸਿੱਖਣ ਦਿਓ ਕਹੈ। ਅਰਦਾਸ ਕਰਕੇ ਪੰਜ ਸਿੰਘਾਂ ਨੇ ਬਚਨ ਕਹਿ ਦਿੱਤਾ ਵੀ ਤੁਹਾਡੀ ਸਿੱਖੀ ਸਾਬਤ ਰਹੇਗੀ, ਗੁਰੂ ਸਾਹਿਬ ਕਿਰਪਾ ਕਰਨਗੇ। ਦੋਹਰਾ ਯੋ ਸਿੱਖਣ ਦਈ ਅਰਦਾਸ ਕਰ, ਤਉ ਭਏ ਕੰਮ ਸਿੱਖ ਰਾਸ। ਜਦੋਂ ਖਾਲਸੇ ਨੇ ਅਰਦਾਸ ਕਰ ਦਿੱਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਤਾਂ ਭਾਈ ਸਾਹਿਬ ਮਨੀ ਸਿੰਘ ਜੀ ਦੇ ਸਾਰੇ ਕਾਰਜ ਰਾਸ ਹੋ ਗਏ। ਤਉ ਫਿਰ ਮਨ ਮਣੀ ਸਿੰਘ ਕੇ ਵੈਸੋ ਭਇਓ ਹੁਲਾਸ। ਭਾਈ ਮਨੀ ਸਿੰਘ ਦੇ ਮਨ 'ਚ ਖੁਸ਼ੀ ਪ੍ਰਗਟ ਹੋਈ ਕਿ ਮੇਰੇ ਬੰਦ ਕੱਟੇ ਜਾਣਗੇ, ਮੇਰੀ ਸਿੱਖੀ ਨਿਭ ਜਾਏਗੀ। ਜੇ ਸਾਨੂੰ ਪਤਾ ਲੱਗ ਜਾਏ ਵੀ ਸਾਨੂੰ ਕੋਈ ਸਜ਼ਾ ਮਿਲਣੀ ਹੈ ਤੇ ਅਸੀਂ ਤਾਂ ਪਹਿਲਾਂ ਹੀ ਮਰ ਜਾਂਦੇ ਹਾਂ। ਪਹਿਲਾਂ ਹੀ ਮਨ ਡੋਲ ਜਾਂਦਾ ਹੈ, ਘਬਰਾ ਜਾਈਦਾ ਹੈ, ਦੁੱਖ ਆਵੇਗਾ, ਕਸ਼ਟ ਆਵੇਗਾ। ਕਸ਼ਟ ਵੀ ਐਸਾ ਵੀ ਦੁਨੀਆ ਵਿੱਚ ਉਹਦੇ ਵਰਗਾ ਕਸ਼ਟ ਹੀ ਕੋਈ ਨਹੀਂ। ਬੰਦ ਕੱਟਣੇ, ਸਰੀਰ ਦੇ ਜੋੜ ਕੱਟਣੇ ਜਿਉਂਦੇ ਬੰਦੇ ਦੇ ਬੜੇ ਮੁਸ਼ਕਲ ਗੱਲ ਹੈ। ਸੋਚ ਕੇ ਹੀ ਬੰਦੇ ਨੂੰ ਕੰਬੜੀ ਛਿੜ ਜਾਂਦੀ ਹੈ। ਪਰ ਧੰਨ ਭਾਈ ਮਨੀ ਸਿੰਘ ਜੀ, ਇਹ ਖੁਸ਼ੀ ਕਿ ਮੇਰਾ ਸਿੱਖੀ ਸਿਦਕ ਨਿਭ ਜਾਏਗਾ। ਸਰੀਰ ਤਾਂ ਜਾਣਾ ਹੀ ਜਾਣਾ, ਅੱਜ ਨਹੀਂ ਤੇ ਕੱਲ ਇਹਨੇ ਲੱਕੜਾਂ 'ਚ ਸੜ ਜਾਣਾ, ਜਾਂ ਮਿੱਟੀ 'ਚ ਸੜ ਜਾਣਾ, ਜਾਂ ਪਾਣੀ 'ਚ। ਇਹ ਤਾਂ ਸਰੀਰ ਦੀ ਇੰਨੀ ਕੀ ਹਾਲਤ ਹੈ। ਮੁਸਲਮਾਨ ਮਿੱਟੀ 'ਚ ਦੱਬ ਦਿੰਦੇ ਆ, ਹਿੰਦੂ ਅੱਗ 'ਚ ਸਾੜ ਦਿੰਦੇ ਆ, ਤੇ ਸਾਧੂ ਸੰਤ ਮਹਾਤਮਾ ਨੂੰ ਲੋਕ ਜਲ ਪ੍ਰਵਾਹ ਕਰ ਦਿੰਦੇ ਆ। ਇੰਨਾ ਕੀ ਹੈ ਨਾ, ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਢਾ ਭਾਈ। ਸੋ ਭਾਈ ਮਨੀ ਸਿੰਘ ਜੀ ਵਿਚਾਰ ਕਰਦੇ ਆ ਵੀ ਸਰੀਰ ਨੇ ਰਹਿਣਾ ਨਹੀਂ ਹੈ। ਕਈ ਬਰਸ ਬੀਤਤ ਭਏ, ਸਮੋ ਪਹੁੰਚਿਓ ਆਏ। ਇਹ ਬਚਨ ਹੋਇਆ ਨੂੰ ਕਈ ਸਾਲ ਬੀਤ ਗਏ, ਲਗਭਗ 15-16 ਸਾਲ। ਇਹ ਉਸ ਤੋਂ ਬਾਅਦ ਦੀ ਗੱਲ ਹੈ ਜਦੋਂ ਬੀੜ ਤਿਆਰ ਕੀਤੀ ਸੀ, ਕਿਉਂਕਿ ਜਿਸ ਸਾਲ ਬੰਦੇ ਬਹਾਦਰ ਦੀ ਸ਼ਹੀਦੀ ਹੋਈ ਹੈ ਉਹ ਸਾਲ ਮਾਤਾ ਜੀ ਨੂੰ ਭਾਈ ਮਨੀ ਸਿੰਘ ਚਿੱਠੀ ਲਿਖੀ ਹੈ। ਉਸ ਚਿੱਠੀ ਦੇ ਵਿੱਚ ਭਾਈ ਮਨੀ ਸਿੰਘ ਨੇ ਲਿਖਿਆ ਹੈ ਵੀ ਅਸੀਂ ਮਹਾਰਾਜ ਦੀ ਬਾਣੀ ਦਸਮ ਪਾਤਸ਼ਾਹ ਦੀ ਵੀ ਇਕੱਠੀ ਕਰ ਰਹੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵੀ ਪੋਥੀਆਂ ਲਿਖੀਆਂ ਜਾ ਰਹੀਆਂ ਨੇ। ਉਹ ਜਿਹੜੀ ਚਿੱਠੀ ਆ ਉਸ ਤੋਂ ਪਤਾ ਲੱਗਦਾ ਵੀ ਉਦੋਂ ਬੰਦੇ ਬਹਾਦਰ ਦੀ ਸ਼ਹੀਦੀ ਦੇ ਥੋੜੇ ਦਿਨ ਹੀ ਬਾਅਦ ਦੀ ਗੱਲ ਹੈ। ਬਲਕਿ ਉਹਦੇ 'ਚ ਇਹ ਗੱਲ ਵੀ ਆਈ ਹੈ ਵੀ ਪੂਜ ਮਾਤਾ ਜੀ ਕੇ ਚਰਨੋਂ ਪਰ ਮਨੀ ਸਿੰਘ ਕੀ ਡੰਡੌਤ ਬੰਦਨਾ, ਆਗੇ ਸਮਾਚਾਰ ਵਾਚਣਾ। ਪੁਰਾਣੀ ਬੋਲੀ ਹੈ, पूज माता जी के चरना पर मनी सिंह की डंडौत बंदना, आगे समाचार वाचना। इधर आने पर हमारा शरीर वायु का विकारी हो गया है। इधर यानी कि असी जदों दिल्ली तो आए हैं अमृतसर, इत्थे आके साडे शरीर नूं इत्थों दी हवा पानी फिट नहीं बैठी, शरीर ढिला रहिंदा है। इधर आने पर हमारा शरीर वायु का विकारी हो गया है, पर हरमंदर की सेवा में आलक नहीं। ये भी लिखा भी सेवा ठीक चल रही है, सेवा च आलस नहीं, सेवा कर रहे हैं। जे गुरु ने चाहया तंदुरुस्ती रही तो कुआर दे महीने आवांगे। कुआर मैंने अस्सू दे महीने यानी कि जुलाई कह लो अगस्त दे महीने
ਸਤੰਬਰ ਦੇ ਮਹੀਨੇ ਇਹਨਾਂ ਦਿਨਾਂ ਵਿੱਚ ਆਵਾਂਗੇ, ਇੱਦਾਂ ਚਿੱਠੀ 'ਚ ਲਿਖਿਆ ਹੋਇਆ। ਇੱਕ ਗੱਲ ਉਹਦੇ 'ਚ ਇਹ ਵੀ ਲਿਖੀ ਹੈ ਵੀ ਦੇਸ਼ ਮੇ ਗੋਗਾ ਹੈ, ਗੋਗਾ ਕਹਿੰਦੇ ਰੌਲੇ ਰੱਪੇ ਨੂੰ, ਦੇਸ਼ ਮੇ ਗੋਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਗਿਆ ਹੈ। ਮਾਤਾ ਜੀ ਨੂੰ ਚਿੱਠੀ 'ਚ ਭਾਈ ਮਨੀ ਸਿੰਘ ਜੀ ਕਹਿੰਦੇ ਆ ਵੀ ਪੰਜਾਬ 'ਚ ਰੌਲਾ ਪਿਆ ਹੋਇਆ ਹੈ ਕਿ ਬੰਦਾ ਜਿਹੜਾ ਹੈ ਬਹਾਦਰ ਬੰਦਾ ਬਹਾਦਰ ਜੇਲ੍ਹ 'ਚੋਂ ਭੱਜ ਗਿਆ, ਬੰਧਨ ਮੁਕਤ ਹੋ ਗਿਆ, ਭਾਵ ਜਿਉਂਦਾ ਹੈ। ਆਗੇ ਗੁਰੂ ਕੀ ਗੱਤ ਗੁਰੂ ਜਾਣੇ, ਵੀ ਪੱਕੀ ਗੱਲ ਦਾ ਕੋਈ ਪਤਾ ਨਹੀਂ, ਗੁਰੂ ਦੀ ਗੱਲਾਂ ਗੁਰੂ ਜਾਣੇ। ਇਸ ਤਰ੍ਹਾਂ ਖਾਲਸਾ ਜੀ ਭਾਈ ਮਨੀ ਸਿੰਘ ਨੇ ਉਸ ਚਿੱਠੀ 'ਚ ਜ਼ਿਕਰ ਕੀਤਾ ਹੈ। ਉਹਦੇ 'ਚ ਵੀ ਲਿਖਿਆ ਵੀ ਸਾਹਿਬਾਂ ਦੇ 303 ਚਰਿੱਤਰਾਂ ਦੀ ਪੋਥੀ ਝੰਡਾ ਸਿੰਘ ਦੇ ਹੱਥ ਪਹੁੰਚੀ ਹੈ। 303 ਚਰਿੱਤਰਾਂ ਦੀ ਪੋਥੀ ਸਾਡੇ ਕੋਲ ਪਹੁੰਚ ਗਈ ਹੈ। ਬਾਕੀ ਜਿਹੜੀਆਂ ਪੋਥੀਆਂ ਇਕੱਠੀਆਂ ਕਰਕੇ ਤੁਹਾਡੇ ਕੋਲ ਭੇਜ ਦਿਆਂਗੇ। ਇਹ ਵੀ ਚਿੱਠੀ 'ਚ ਲਿਖਿਆ। ਅੱਜ ਕੱਲ੍ਹ ਜਿਹੜੇ ਚਰਿੱਤਰਾਂ ਦੇ ਕਿੰਤੂ ਪ੍ਰੰਤੂ ਕਰਦੇ ਹੈ, ਉਹਨਾਂ ਨੂੰ ਇੱਥੋਂ ਹੀ ਸਬਕ ਮਿਲਣਾ ਚਾਹੀਦਾ ਵੀ ਭਾਈ ਮਨੀ ਸਿੰਘ ਜੀ ਪੋਥੀਆਂ ਦੇ ਜ਼ਿਕਰ ਕਰ ਰਹੇ ਆ ਚਿੱਠੀਆਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ, ਫਿਰ ਵੀ ਅਸੀਂ ਕਿੰਤੂ ਕਰੀਏ ਤੇ ਫਿਰ ਸਾਡਾ ਆਧਾਰ ਕੀ ਰਹਿ ਜਾਂਦਾ। ਸੋ ਭਾਈ ਮਨੀ ਸਿੰਘ ਸਾਹਿਬ ਜੀ ਲਗਭਗ ਉਸ ਪੋਥੀ ਬਣਾਉਣ ਵਾਲੀ ਗੱਲਾਂ ਤੋਂ ਜਿਹੜੀਆਂ ਉਹਨਾਂ ਨੇ 22 ਵਾਰਾਂ ਭਗਤ ਬਾਣੀਆਂ 5 ਗ੍ਰੰਥੀਆਂ ਬਣਾਈਆਂ, ਉਸ ਤੋਂ 15-16 ਸਾਲ ਬਾਅਦ ਸ਼ਹੀਦ ਹੋਏ। ਹਾਂਜੀ। ਮੇਲਾ ਦੀਵਾਲੀ ਕੋ ਲੱਗਿਓ ਤੁਰਕਣ ਤੇ ਅਖਵਾਏ। ਕਿਉਂਕਿ ਦੀਵਾਲੀ ਦਾ ਮੇਲਾ ਲਵਾਇਆ ਸੀ ਭਾਈ ਮਨੀ ਸਿੰਘ ਨੇ, ਕਈ ਸਾਲ ਮੇਲਾ ਲੱਗਾ ਨਹੀਂ ਸੀ। ਅੰਮ੍ਰਿਤਸਰ ਤੁਰਕਾਂ ਦਾ ਪਹਿਰਾ ਸਖਤ ਹੋਣ ਕਰਕੇ ਸੰਗਤਾਂ ਆਉਂਦੀਆਂ ਨਹੀਂ ਸੀ, ਕਿਉਂਕਿ ਜੇ ਸਿੰਘ ਆਉਂਦੇ ਸੀ ਤੁਰਕ ਫੜ ਲੈਂਦੇ ਸੀ। ਆਮ ਸੰਗਤ ਵੀ ਡਰਦੀ ਮਾਰੀ ਘੱਟ ਹੀ ਆਇਆ ਕਰਦੀ ਸੀ। ਦੀਵਾਲੀ ਦਾ ਮੇਲਾ ਥੋੜਾ ਹੀ ਲੱਗਦਾ ਸੀ। ਹੁਣ ਥੋੜਾ ਜਿਹਾ ਅਮਨ ਇਮਾਨ ਹੋ ਗਿਆ ਤੇ ਭਾਈ ਮਨੀ ਸਿੰਘ ਹੋਰਾਂ ਨੇ ਸੋਚਿਆ ਵੀ ਤੁਰਕਾਂ ਨਾਲ ਸਲਾਹ ਕਰੀਏ ਕਿ ਉਹ ਮੇਲਾ ਲੱਗਣ ਦੀ ਸਾਨੂੰ ਪਰਮਿਸ਼ਨ ਦੇ ਦੇਣ ਤੇ ਦਰਬਾਰ ਸਾਹਿਬ ਮੇਲਾ ਲੱਗ ਜਾਵੇ। ਭਾਈ ਸਾਹਿਬ ਨੇ ਤੁਰਕਾਂ ਨਾਲ ਗੱਲਬਾਤ ਕਰਕੇ ਮੇਲਾ ਲਵਾਉਣ ਦੀ ਤਰਤੀਬ ਕੀਤੀ। ਚੌਪਈ ਦੀਵਾਲੀ ਕੋ ਥੋ ਮੇਲਾ ਲਾਇਆ। ਦੀਵਾਲੀ ਦਾ ਮੇਲਾ ਲਾਉਣ ਵਾਸਤੇ ਭਾਈ ਸਾਹਿਬ ਨੇ ਤੁਰਕਾਂ ਨਾਲ ਗੱਲ ਕੀਤੀ, ਤੁਸੀਂ ਸਾਨੂੰ ਅੰਮ੍ਰਿਤਸਰ ਮੇਲਾ ਲਾਉਣ ਦੀ ਆਗਿਆ ਦਿਓ ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸਰਕਾਰ ਨੇ ਸੋਚਿਆ ਵੀ ਭਾਈ ਮਨੀ ਸਿੰਘ ਨੂੰ ਮੇਲਾ ਲਾਉਣ ਦੀ ਆਗਿਆ ਦੇ ਦਈਏ, ਪਰ ਇਹਨਾਂ ਕੋਲੋਂ ਪੈਸੇ ਲਈਏ। ਚੜਾਵਾ ਦਰਬਾਰ ਸਾਹਿਬ ਦਾ ਬਹੁਤ ਹੁੰਦਾ, ਉਹਦੇ ਚੋਂ ਹਿੱਸਾ ਲਈ 5000 ਰੁਪਈਆ ਸਰਕਾਰ ਨੇ ਮੰਗਿਆ। ਉਦੋਂ 5000 ਬਹੁਤ ਹੁੰਦਾ ਸੀ, ਲੱਖਾਂ ਵਰਗਾ ਸੀ, ਕਰੋੜਾਂ ਵਰਗਾ। 5000 ਰੁਪਈਆ ਅੰਮ੍ਰਿਤਸਰ ਦੇ ਚੜਾਵੇ ਚੋਂ ਅਸੀਂ ਲਵਾਂਗੇ, ਤੁਸੀਂ ਮੇਲਾ ਲਾ ਲਓ। ਭਾਈ ਮਨੀ ਸਿੰਘ ਜੀ ਮੰਨ ਗਏ ਵੀ ਉਹਨਾਂ ਨੇ ਸੋਚਿਆ ਸੰਗਤ ਆਏਗੀ, ਇਸ਼ਨਾਨ ਕਰੇਗੀ, ਜਿੰਨੀ ਮਾਇਆ ਗੁਰੂ ਕੇ ਦਰਬਾਰ ਵਿੱਚ ਚੜ੍ਹੇਗੀ, ਲੰਗਰ ਪ੍ਰਸ਼ਾਦਾ ਵੀ ਸੰਗਤਾਂ ਵਾਸਤੇ ਵਰਤ ਜਾਏਗਾ ਤੇ ਇਹਨਾਂ ਤੁਰਕਾਂ ਨੂੰ ਵੀ ਮਾਇਆ ਦੇ ਦਿਆਂਗੇ। ਭਾਈ ਸਾਹਿਬ ਮੰਨ ਗਏ ਤੇ ਦੀਵਾਲੀ ਦਾ ਮੇਲਾ ਲੱਗਣ ਦੀ ਮਨਜ਼ੂਰੀ ਮਿਲ ਗਈ। ਪਰ ਦੀਵਾਲੀ ਦੇ ਮੇਲੇ ਤੋਂ 10 ਕੁ ਦਿਨ ਪਹਿਲਾਂ ਤੁਰਕਾਂ ਦੀ ਨੀਤ ਵਿਗੜ ਗਈ। ਸਰਕਾਰ ਦੇ ਮਨ 'ਚ ਬੇਈਮਾਨੀ ਆ ਗਈ, ਜ਼ਕਰੀਆ ਖਾਂ ਵਰਗਿਆਂ ਦੇ, ਵੀ ਦੀਵਾਲੀ ਦੇ ਮੇਲੇ ਤੇ ਸਿੰਘਾਂ ਨੇ ਆਉਣਾ ਹੈ, ਜਥੇਦਾਰਾਂ ਨੇ ਵੀ ਆਉਣਾ ਹੈ, ਕਪੂਰ ਸਿੰਘ ਵਗੈਰਾ ਜਿਹੜੇ ਬਹੁਤ ਜੰਗੀ ਜਰਨੈਲ ਹਨ। ਇਹ ਉਦੋਂ ਖਾਲਸਾ ਜੀ ਜਦੋਂ ਸਿੰਘਾਂ ਨੇ ਪਹਿਲਾਂ ਤਾਂ ਜਗੀਰ ਲਾਈ ਹੋਈ ਸੀ ਨਾ ਸਰਕਾਰ ਨੇ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਸਿੰਘ ਵਿਹਲੇ ਬੈਠੇ ਖਾਈ ਜਾਂਦੇ, ਉਹਨਾਂ ਜਗੀਰ ਬੰਦ ਕਰਤੀ ਸੀ। ਜਗੀਰ ਬੰਦ ਕਰ ਦਿੱਤੀ, ਕਹਿਣ ਲੱਗੇ ਤੁਸੀਂ ਸਾਨੂੰ ਨੌਕਰੀ ਕਰਨੀ ਹੈ, ਕਰ ਲਓ, ਪੈਸੇ ਨਹੀਂ ਅਸੀਂ ਤੁਹਾਨੂੰ ਦੇਣੇ। ਫਿਰ ਨਵਾਬ ਕਪੂਰ ਸਿੰਘ ਨੇ ਤਰਨੇ ਦਲ ਦੇ ਜਿਹੜੇ ਜਥੇਦਾਰ ਸਨ, ਬਾਬਾ ਦੀਪ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, ਦਸੌਂਧਾ ਸਿੰਘ ਜੀ ਗਿੱਲ, ਹਰੀ ਸਿੰਘ ਭੰਗੀ, ਇਹਨਾਂ ਸਿੰਘਾਂ ਸਾਰਿਆਂ ਨੂੰ ਕਹਿਤਾ ਵੀ ਜਾਓ ਹੁਣ ਲੁੱਟਮਾਰ ਕਰੋ। ਸਰਕਾਰ ਦੇ ਖਜ਼ਾਨੇ ਫਿਰ ਲੁੱਟਣ ਲੱਗ ਪਏ ਸਿੰਘ, ਉਹੀ ਕੰਮ ਸ਼ੁਰੂ ਹੋ ਗਿਆ, ਦੰਗੇ ਫਸਾਦ ਹੋ ਗਏ, ਫਿਰ ਮੇਲਾ ਬੰਦ ਹੋ ਗਿਆ ਸੀ। ਸੋ ਹੁਣ ਭਾਈ ਮਨੀ ਸਿੰਘ ਜੀ ਨੇ ਜਦੋਂ ਮੇਲਾ ਲਵਾਉਣ ਦੀ ਗੱਲ ਕੀਤੀ, ਸਰਕਾਰ ਦੇ ਮਨ 'ਚ ਆਇਆ ਵੀ ਜਿਹੜੇ ਸਿੰਘ ਆਉਣਗੇ ਨਾ ਮੇਲੇ ਤੇ, ਉਹ ਜਥੇਦਾਰ ਆਪਾਂ ਸਾਰੇ ਫੜ ਲਈਏ। ਜੇ ਜਥੇਦਾਰ ਫੜ ਕੇ ਮਾਰ ਦਈਏ, ਬਾਕੀ ਜਿਹੜੇ ਨੇ ਆਪੇ ਖਿੰਡ ਪੁੰਡ ਜਾਣਗੇ, ਪਿਛਲੇ ਤਾਕਤ ਖਤਮ ਹੋ ਜਾਏਗੀ ਸਿੱਖਾਂ ਦੀ। ਇੱਦਾਂ ਸਰਕਾਰ ਦੀ ਨੀਤ ਬਦਲ ਗਈ ਤੇ ਦੀਵਾਲੀ ਦੇ ਮੇਲੇ ਤੋਂ ਪਹਿਲਾਂ ਹੀ ਤੁਰਕਾਂ ਨੇ ਬਹੁਤ ਜ਼ਿਆਦਾ ਫੌਜ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਲਾ ਦਿੱਤੀ। ਕਈ ਕੰਪਨੀਆਂ ਫੌਜ ਦੀਆਂ ਲਾ ਦਿੱਤੀਆਂ, ਸਾਰੇ ਪਾਸੇ ਫੌਜਾਂ ਹੀ ਫੌਜਾਂ।
ਭਾਈ ਮਨੀ ਸਿੰਘ ਸੋਚਦੇ ਵੀ ਮੇਲੇ ਤੇ ਇੰਨੀ ਫੌਜ ਲਾਉਣ ਦਾ ਕੀ ਮਤਲਬ ਹੈ। ਤੁਰਕਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਫੌਜ ਕਿਉਂ ਲਿਆਏ ਹੋ। ਉਹ ਕਹਿੰਦੇ ਜੀ ਮੇਲੇ ਤੇ ਨਾ ਕੋਈ ਭੱਜ ਦੜ ਨਾ ਮੱਚ ਜਾਵੇ, ਅਸੀਂ ਪ੍ਰਬੰਧ ਕਰਨਾ, ਸਿਸਟਮ ਵੇਖਣਾ ਵੀ ਕੋਈ ਰੌਲਾ ਰੱਪਾ ਨਾ ਪੈ ਜਾਏ, ਕੋਈ ਤੁਹਾਡਾ ਨੁਕਸਾਨ ਨਾ ਕਰ ਜਾਵੇ। ਪ੍ਰਬੰਧ ਲਈ ਭਾਈ ਮਨੀ ਸਿੰਘ ਕਹਿੰਦੇ ਪ੍ਰਬੰਧ ਲਈ ਤਾਂ 1000-2000 ਸਿਪਾਹੀ ਬੜੇ ਹੁੰਦੇ ਆ, ਤੁਸੀਂ ਇੱਥੇ 50,000 ਇਕੱਠਾ ਕੀਤਾ ਹੋਇਆ, ਇੰਨੀ ਕਰੋਗੇ। ਪਰ ਉਹਨਾਂ ਦੇ ਮਨ 'ਚ ਖੋਟ ਸੀ। ਭਾਈ ਮਨੀ ਸਿੰਘ ਬੜੇ ਸਿਆਣੇ ਬਜ਼ੁਰਗ ਸੀਗੇ, ਸਮਝ ਗਏ ਤੁਰਕਾਂ ਦੀ ਚਾਲ। ਉਹਨਾਂ ਨੇ ਸਾਰੇ ਜਥੇਦਾਰਾਂ ਨੂੰ ਚਿੱਠੇ ਲਿਖ ਦਿੱਤੇ ਵੀ ਖਾਲਸਾ ਜੀ, ਤੁਰਕਾਂ ਦੀ ਨੀਤ ਬਦਲ ਗਈ ਹੈ, ਕੋਈ ਵੀ ਸਿੰਘ ਮੇਲੇ 'ਚ ਨਾ ਆਵੇ, ਅੰਮ੍ਰਿਤਸਰ ਨਹੀਂ ਆਉਣਾ। ਜਥੇਦਾਰਾਂ ਨੂੰ, ਸਿੰਘਾਂ ਨੂੰ ਪਿੰਡਾਂ ਦੇ ਵਿੱਚ ਥਾਂ ਥਾਂ ਹੀ ਹਲਕਾਰੇ ਅੱਗੇ ਦੀ ਅੱਗੇ ਸਿੰਘਾਂ ਨੇ ਖਬਰਾਂ ਕਰ ਦਿੱਤੀਆਂ ਵੀ ਕੋਈ ਖਾਲਸਾ, ਕੋਈ ਸਿੰਘ ਗੁਰੂ ਕੀ ਫੌਜ ਸ੍ਰੀ ਅੰਮ੍ਰਿਤਸਰ ਮੇਲੇ ਤੇ ਨਹੀਂ ਆਏਗੀ। ਤੁਰਕਨ ਨੇ ਥੋ ਟਕਾ ਚੁਕਾਇਆ। ਤੁਰਕਾਂ ਨੇ ਜਿਹੜਾ ਠੇਕਾ ਕੀਤਾ ਸੀ 5000 ਰੁਪਈਆ ਲਵਾਂਗੇ ਮੇਲੇ ਦਾ, 10,000 ਰੁਪਈਆ ਠਹਿਰਾਇਆ। 10,000 ਰੁਪਈਆ ਠਹਿਰਾਇਆ, ਨਿਯਤ ਕੀਤਾ। ਟਕਣ ਖਾਤਰ 3 ਦਰੋਗਾ ਬਹਾਇਆ। ਉਹ ਪੈਸੇ ਲੈਣ ਵਾਸਤੇ ਦਰੋਗਾ ਉੱਥੇ ਬਹਾ ਦਿੱਤਾ, ਆਪਣਾ ਇੱਕ ਕੋਤਵਾਲ ਬਹਾਤਾ ਵੀ ਪੈਸੇ ਜਿਹੜੇ ਸਿੱਖਾਂ ਨੂੰ ਤੂੰ ਲੈਣੇ ਆ। ਨਵਾਬ ਕਹਿਓ ਤੁਮ ਮਤ ਚਿਤ ਡਰੋ। ਤੇ ਨਵਾਬ ਭਾਈ ਮਨੀ ਸਿੰਘ ਜੀ ਨੂੰ ਕਹਿਣ ਲੱਗਾ 10 ਦਿਨ ਮੇਲਾ ਅਬ ਤੁਮ ਭਰੋ। ਤੁਸੀਂ ਡਰੋ ਨਾ, ਅਸੀਂ ਫੌਜ ਤਾਂ ਐਵੇਂ ਹੀ ਤੁਹਾਡੇ ਪ੍ਰਬੰਧ ਵਾਸਤੇ ਲਿਆਂਦੀ ਆ, ਮੇਲਾ ਲਾਓ ਤੁਸੀਂ ਮੌਜ ਨਾਲ, ਤੁਹਾਨੂੰ ਕੋਈ ਤੰਗੀ ਨਹੀਂ ਆਵੇਗੀ। 10 ਦਿਨ ਮੇਲਾ ਲਾਓ, ਬੇਸ਼ੱਕ ਲਾਓ। ਸਭੀ ਖਾਲਸੇ ਚਿੱਠੇ ਫਿਰਾਏ। ਉਹ ਕਹਿੰਦੇ ਆ ਵੀ ਖਾਲਸੇ ਵੱਲ ਚਿੱਠੇ ਭੇਜ ਦਿੱਤੇ ਸੀ ਭਾਈ ਮਨੀ ਸਿੰਘ ਨੇ ਵੀ ਮੇਲੇ ਤੇ ਆਓ। ਆਏ ਅੰਮ੍ਰਿਤਸਰ ਡੇਰੇ ਲਾਏ। ਆ ਕੇ ਅੰਮ੍ਰਿਤਸਰ ਸਿੰਘਾਂ ਨੇ ਡੇਰੇ ਲਾਏ। ਤਬ ਨਵਾਬ ਕੰਨ ਲੱਖੂ ਪਾਈ। ਉਧਰੋਂ ਨਵਾਬ ਦਾ ਦਿਲ ਫਿਰ ਗਿਆ, ਬੇਈਮਾਨ ਹੋ ਗਿਆ। ਉਹਨੇ ਆਪਣੇ ਦੀਵਾਨ ਲੱਖੂ ਨੂੰ, ਇਹਦਾ ਨਾਮ ਸੀ ਲਖਪਤ ਰਾਏ, ਤੇ 2 ਭਾਈ ਸਨ, ਲਖਪਤ ਰਾਏ ਤੇ ਜਸਪਤ ਰਾਏ। ਜਸਪਤ ਰਾਏ ਐਮਨਾਬਾਦ ਦਾ ਦੀਵਾਨ ਸੀ, ਲਖਪਤ ਰਾਏ ਲਾਹੌਰ ਦਾ ਦੀਵਾਨ ਸੀ। ਖੱਤਰੀ ਜਾਤ ਵਿੱਚੋਂ ਹਿੰਦੂ ਸਨ। ਪਹਿਲਾਂ ਤਾਂ ਗੁਰੂ ਘਰ ਨੂੰ ਮੰਨਦੇ ਸੀਗੇ, ਪਰ ਸਿੱਖਾਂ ਨਾਲ ਵੈਰ ਹੀ ਰੱਖਦੇ ਸੀ। ਗੁਰੂ ਘਰ ਨੂੰ ਤਾਂ ਮੰਨਦੇ ਸੀ, ਪਰ ਗੁਰੂ ਖਾਲਸੇ ਨਾਲ ਵੈਰ ਰੱਖਦੇ ਸੀ, ਅੰਦਰੋਂ ਰੜਕ ਰੱਖਦੇ ਸੀਗੇ। ਜਦੋਂ ਇਹਦਾ ਭਰਾ ਸਨ 1739 ਦੇ ਵਿੱਚ 46 ਦੇ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਜਸਪਤ ਰਾਏ, ਉਦੋਂ ਲਖਪਤ ਸਿੱਖਾਂ ਦਾ ਪੱਕਾ ਹੀ ਵੈਰੀ ਬਣ ਗਿਆ ਤੇ ਉਹਨੇ ਫਿਰ ਛੋਟਾ ਘੱਲੂਘਾਰਾ ਲਖਪਤ ਰਾਏ ਨੇ ਕੀਤਾ ਸੀ। ਉਹ ਕਥਾ ਅੱਗੇ ਆਉਣੀ ਹੈ। ਸੋ ਇਹ ਲੱਖੂ ਦੀਵਾਨ ਨੂੰ ਜ਼ਕਰੀਏ ਖਾਨ ਨੇ ਸਿੰਘ ਜਾਤ ਫਿਰ ਕਰੈ ਦੰਗਾਈ। ਉਹਦੇ ਕੰਨ 'ਚ ਗੱਲ ਪਾਈ, ਦੀਵਾਨ ਜੀ ਤੁਸੀਂ ਅੰਮ੍ਰਿਤਸਰ ਜਾਣਾ ਤੇ ਸਿੱਖਾਂ ਨੂੰ ਕਾਬੂ ਕਰ ਲੈਣਾ, ਕਿਉਂਕਿ ਇਹ ਸਿੱਖ ਜਿਹੜੇ ਨੇ ਅੱਜ ਤਾਂ ਮੇਲੇ ਤੇ ਆਉਣਗੇ, ਬੜੇ ਭੋਲੇ ਭਾਲੇ ਬਣ ਕੇ ਇਸ਼ਨਾਨ ਕਰਕੇ ਚਲੇ ਜਾਣਗੇ, ਕੱਲ ਨੂੰ ਇਹਨਾਂ ਨੇ ਫੇਰ ਉਹੀ ਕੰਮ ਕਰਨਾ, ਦੰਗੇ ਫਸਾਦ ਵਾਲਾ। ਇਹਨਾਂ ਦੰਗਈਆਂ ਨੂੰ ਕਾਬੂ ਕਰ ਲਈਏ, ਫੜ ਲਈਏ। ਤਬ ਨਵਾਬ ਨੇ ਫੌਜ ਚੜਾਈ। ਫੌਜ ਨੇ ਲੱਖੂ ਦੇ ਗੱਲਾਂ ਵਿੱਚ ਵਿਚਾਰ ਕਰਕੇ ਨਵਾਬ ਜ਼ਕਰੀਏ ਖਾਨ ਨੇ ਫੌਜ ਭੇਜ ਦਿੱਤੀ। ਦੀਵਾਨ ਲੱਖੂ ਕੇ ਗੈਲੇ ਲਾਈ। ਲੱਖੂ ਨੂੰ ਉਸ ਫੌਜ ਦਾ ਅਗਵਾਈ ਬਣਾ ਦਿੱਤਾ ਵੀ ਤੂੰ ਇਹ ਫੌਜ ਨਾਲ ਲੈ ਕੇ ਜਾਣੀ ਹੈ, ਸਿੱਖਾਂ ਨੂੰ ਕਾਬੂ ਕਰਨਾ। ਤਬ ਲੱਖੂ ਕੋ ਖਾਨੇ ਕਹਿਓ। ਲੱਖੂ ਨੂੰ ਖਾਨ ਜ਼ਕਰੀਆ ਖਾਨ ਕਹਿਣ ਲੱਗਾ ਰਾਮ ਤੀਰਥ ਜਾਏ ਡੇਰਾ ਲਹਿਓ। ਕਿ ਰਾਮ ਤੀਰਥ ਜਾ ਕੇ ਤੂੰ ਡੇਰਾ ਪਾ ਲਈ, ਸਿੱਧਾ ਅੰਮ੍ਰਿਤਸਰ ਨਾ ਜਾਵੀਂ। ਅੰਮ੍ਰਿਤਸਰ ਦੇ ਨੇੜੇ ਰਾਮ ਤੀਰਥ ਹੈ ਨਾ ਜਿਹੜਾ, ਰਾਮ ਤੀਰਥ ਜਾ ਕੇ ਡੇਰਾ ਰੱਖੀ, ਸਿੱਧਾ ਅੰਮ੍ਰਿਤਸਰ ਨਾ ਜਾਈ। ਬਿਨ ਉਨ ਛੇੜਨ ਸਿੰਘ ਨਾ ਛਿੜਿਓ। ਕਿਉਂਕਿ ਜਿੰਨਾ ਚਿਰ ਸਿੰਘ ਉੱਥੇ ਨਹੀਂ ਆਉਂਦੇ ਤੂੰ ਛੇੜਖਾਨੀ ਨਾ ਕਰੀ। ਫੌਜ ਪੜੀ ਤੇ ਰਹੂ ਗੋ ਦੱਬਿਓ। ਕਿਉਂਕਿ ਜੇ ਫੌਜ ਰਾਮ ਥੰਮਣ ਬੈਠੀ ਹੋਏਗੀ, ਸਿੰਘ ਵੀ ਦੱਬੇ ਰਹਿਣਗੇ। ਕਰੂ ਗੋ ਨਾ ਕੋ ਤੱਦੀ ਵਾਏ। ਸਿੰਘ ਕੋਈ ਗੜਬੜ ਨਹੀਂ ਕਰਨਗੇ, ਕੋਈ ਤੱਦੀ ਨਹੀਂ ਕਰਨਗੇ। ਇਮ ਕਰ ਦਇਓ ਲੱਖੂ ਸਮਝਾਏ। ਤਾਂ ਲੱਖੂ ਨੂੰ ਸਮਝਾ ਦਿੱਤਾ। ਹੋਣਹਾਰ ਸਗਵਾ ਬਣ ਆਏ। ਜੋ ਭਾਣਾ ਵਰਤਣਾ ਹੁੰਦਾ ਨਾ ਅਕਾਲ ਪੁਰਖ ਵੱਲੋਂ, ਉਹਦੀ ਬੇਦ ਪਰਮੇਸ਼ਰ ਨੂੰ ਹੀ ਪਤਾ ਹੁੰਦਾ ਵੀ ਹੋਣਾ ਕੀ ਹੈ, ਹੋਣੀ ਟਲਦੀ ਨਹੀਂ। ਜੋ ਭਾਈ ਮਨੀ ਸਿੰਘ ਜੀ ਦਾ ਸਮਾਂ ਲਿਖਿਆ ਸੀ ਉਹ ਆ ਗਿਆ ਸੀ।
ਵਿਧ ਬਣ ਗਈ। ਕੌਣ ਸਕੇ ਪੰਥ ਬਚਨ ਟਲਾਏ। ਪੰਥ ਖਾਲਸੇ ਦਾ ਬਚਨ ਸੀਗਾ ਵੀ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਕੱਟੇ ਜਾਣੇ, ਉਹ ਬਚਨ ਕਿਸੇ ਤੋਂ ਟਲਦਾ ਨਹੀਂ ਸੀ। ਦੋਹਰਾ ਦੁਵੱਲੋਂ ਫੌਜੈ ਜਬ ਜੁੜੈ ਸੁਖ ਕਹਾਂ ਤਬ ਹੋਏ। ਜਦੋਂ ਫੌਜ ਦੋਵਾਂ ਪਾਸਿਆਂ ਤੋਂ ਇਕੱਠੀ ਹੁੰਦੀ ਹੈ ਤੇ ਫਿਰ ਫੌਜਾਂ ਦੇ ਕੋਲ ਫੌਜਾਂ ਬੈਠੀਆਂ ਹੋਣ ਤੇ ਸੁੱਖ ਨਹੀਂ ਹੋਇਆ ਕਰਦਾ। ਦੁਵੱਲੋਂ ਫੌਜਾਂ ਜੁੜ ਜਾਣ, ਇਸ ਕਰਕੇ ਸਿਆਣੇ ਲੋਕ ਕਹਿੰਦੇ ਆ ਵੀ ਦੋ ਫੌਜਾਂ ਕਦੀ ਇਕੱਠੀਆਂ ਨਹੀਂ ਹੋਣੀ ਚਾਹੀਦੀ, ਦੋ ਦਲ ਨਹੀਂ ਕਦੀ ਕਿੱਥੇ ਨੇੜੇ ਬੈਠਣੇ ਚਾਹੀਦੇ। ਕੀ ਪਤਾ ਕੀ ਹੋ ਜਾਵੇ, ਛੋਟੀ ਛੋਟੀ ਗੱਲ ਤੋਂ ਦੰਗੇ ਹੋ ਜਾਂਦੇ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਹਜੂਰ ਸਾਹਿਬ ਨੂੰ ਜਾ ਰਹੇ ਸੀ ਤੇ ਉਸ ਵੇਲੇ ਖਾਲਸਾ ਜੀ ਬਹਾਦਰ ਸ਼ਾਹ ਦੇ ਨਾਲ ਜਦੋਂ ਮਹਾਰਾਜ ਗਏ ਤੇ ਰਸਤੇ ਵਿੱਚ ਭਿਭੌਰ ਨਾਮ ਦਾ ਇੱਕ ਸਥਾਨ ਹੈ, ਉੱਥੇ ਜਾ ਕੇ ਭਗੌਰ ਕਰਕੇ ਇਹ ਗੁਰਸੋਭਾ ਵਿੱਚ ਜਗ੍ਹਾ ਦਾ ਨਾਮ ਆਇਆ ਹੈ ਦੱਖਣ ਦੇ ਵਿੱਚ। ਹੁਣ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਬਣਾ ਦਿੱਤਾ ਮਹਾਂਪੁਰਸ਼ਾਂ ਨੇ, ਬਾਬਾ ਮੋਨੀ ਜੀ ਨੇ, ਹਜੂਰ ਸਾਹਿਬ ਵਾਲਿਆਂ ਨੇ। ਨਾਗਪੁਰ ਤੋਂ ਕੋਈ 150 ਕਿਲੋਮੀਟਰ ਦੀ ਦੂਰੀ ਹੈ, ਹਜੂਰ ਸਾਹਿਬ ਤੋਂ ਵੀ 250-200 ਦਾ ਫਰਕ ਹੈ ਕਿਲੋਮੀਟਰ। ਉੱਥੇ ਜਗ੍ਹਾ, ਉੱਥੇ ਜਦੋਂ ਗਏ ਨਾ, ਬਹਾਦਰ ਸ਼ਾਹ ਦੀ ਫੌਜ ਵੀ ਨਾਲ ਜਾ ਰਹੀ ਸੀ ਤੇ ਸਿੰਘਾਂ ਦੀ ਫੌਜ ਵੀ ਜਾ ਰਹੀ ਸੀ। ਉੱਥੇ ਜਾ ਕੇ ਕੀ ਹੋਇਆ ਕਿ ਸਿੰਘਾਂ ਦੇ ਤੇ ਤੁਰਕਾਂ ਦੇ ਵਿੱਚ ਘੋੜਿਆਂ ਦੇ ਘਾਹ ਤੋਂ ਲੜਾਈ ਹੋ ਗਈ। ਘੋੜਿਆਂ ਦੇ ਵਾਸਤੇ ਘਾਹ ਜਿੱਥੋਂ ਵੱਢਣ ਲੱਗੇ, ਤੁਰਕ ਕਹਿੰਦੇ ਅਸੀਂ ਵੱਢਣਾ, ਸਾਡੇ ਘੋੜੇ ਭੁੱਖੇ ਮਰਦੇ। ਸਿੰਘ ਕਹਿੰਦੇ ਸਾਡਾ, ਅਸੀਂ ਪਹਿਲਾਂ ਦੇਖਿਆ, ਅਸੀਂ ਵੱਢਣਾ। ਘਾਹ ਵੱਢਣ ਤੋਂ ਹੀ ਸਿੰਘ ਤੇ ਤੁਰਕ ਲੜ ਪਏ, ਹਾਲਾਂਕਿ ਫੌਜਾਂ ਇਕੱਠੀਆਂ ਜਾ ਰਹੀਆਂ ਸਨ। ਤੇ ਜਦੋਂ ਲੜਾਈ ਹੋ ਗਈ ਤੇ 10ਵੇਂ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਿੰਘ ਤੇ ਤੁਰਕ ਲੜ ਪਏ। ਮਹਾਰਾਜ ਨੇ ਭਾਈ ਮਾਨ ਸਿੰਘ ਜੀ, ਨਿਹੰਗ ਸਿੰਘ ਜੀ ਨੂੰ ਭੇਜਿਆ, ਜਿਹੜੇ 10ਵੇਂ ਪਾਤਸ਼ਾਹ ਦੇ ਨਾਲ ਮਾਛੀਵਾੜੇ ਦੇ ਜੰਗਲਾਂ 'ਚ ਰਹੇ। ਭਾਈ ਮਨੀ ਸਿੰਘ ਦੇ ਸਕੇ ਭਰਾ ਸਨ ਨਿਸ਼ਾਨਚੀ। ਭਾਈ ਮਾਨ ਸਿੰਘ ਜੀ ਗਏ ਤੇ ਜਾ ਕੇ ਉਹ ਲੜਾਈ ਨੂੰ ਸ਼ਾਂਤ ਕਰਾਉਣ ਲੱਗ ਪਏ ਵੀ ਠਹਿਰੋ ਭਾਈ, ਨਾ ਲੜੋ। ਅੱਗੇ ਉਹ ਤਲਵਾਰਾਂ ਕੱਢੀ ਫਿਰਦੇ ਸੀ, ਸਿੰਘ ਵੀ ਤੇ ਮੁਸਲਮਾਨ ਵੀ। ਕਿਸੇ ਨੂੰ ਸੱਟ ਫੇਟ ਵੀ ਲੱਗੀ ਹੋਣੀ ਹੈ, ਮਾੜੀ ਮੋਟੀ ਲੜਾਈ ਹੋ ਜੋ ਗਈ, ਘਾਹ ਤੋਂ ਲੜ ਪਏ। ਤੇ ਜਦੋਂ ਉਹ ਲੜਾਈ ਦੇ ਵਿੱਚ ਭਾਈ ਮਾਨ ਸਿੰਘ ਜੀ ਦਾ ਸਿੰਘਾਂ ਨੂੰ ਤੇ ਤੁਰਕਾਂ ਨੂੰ ਲੜਾਉਣ ਜੀ ਤੋਂ ਹਟਾ ਰਹੇ ਸੀਗੇ, ਸ਼ਾਂਤ ਕਰ ਰਹੇ, ਘੋੜੇ ਦੇ ਚੜੇ ਫਿਰਦੇ ਸੀ। ਵਿੱਚ ਕਿਸੇ ਤੁਰਕ ਦੇ ਮਨ 'ਚ ਦੁਸ਼ਮਣੀ ਆ ਗਈ ਵੀ ਇਹ ਉਹ ਸਿੰਘ ਹੈ ਜਿਹਨੇ ਸਾਡੇ ਬੰਦੇ ਬੜੇ ਮਾਰੇ ਚਮਕੌਰ ਦੇ ਜੰਗ ਵਿੱਚ, ਇਹ ਗੁਰੂ ਗੋਬਿੰਦ ਸਿੰਘ ਦਾ ਖਾਸ ਆਦਮੀ ਹੈ। ਉਹਨਾਂ ਨੇ ਭਾਈ ਸਾਹਿਬ ਮਾਨ ਸਿੰਘ ਜੀ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਭਾਈ ਮਾਨ ਸਿੰਘ ਤਾਂ ਲੜਾਈ ਹਟਾਉਂਦੇ, ਫਿਰ ਉਹਨਾਂ ਨੂੰ ਕੀ ਪਤਾ ਵੀ ਸਾਡੇ ਤੇ ਕਿਸੇ ਨੇ ਨਿਸ਼ਾਨਾ ਲਾਇਆ। ਦੂਰੋਂ ਗੋਲੀ ਆਈ, ਭਾਈ ਸਾਹਿਬ ਦੇ ਲੱਗੀ, ਘੋੜੇ ਤੋਂ ਡਿੱਗੇ, ਸ਼ਹੀਦੀ ਪਾ ਗਏ। 10ਵੇਂ ਪਾਤਸ਼ਾਹ ਗਰੀਬ ਨਵਾਜ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਸੂਰਜ ਪ੍ਰਕਾਸ਼ 'ਚ ਕਥਾ ਆਉਣੀ ਹੈ, ਕਹਿੰਦੇ ਜਿਹੜੇ 10ਵੇਂ ਪਾਤਸ਼ਾਹ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੇ ਕਦੀ ਬੈਰਾਗ ਨਹੀਂ ਸੀ ਨਾ ਕੀਤਾ, ਉਹ ਭਾਈ ਮਾਨ ਸਿੰਘ ਜੀ ਦੇ ਸਰੀਰ ਦੇ ਕੋਲ ਖੜ ਕੇ ਕੀਤਾ। ਕਹਿਣ ਲੱਗੇ ਇਹੋ ਜਿਹਾ ਯੋਧਾ ਕਿੱਥੋਂ ਮਿਲਣਾ, ਕਹਿੰਦੇ ਇਹੋ ਜਿਹਾ ਸੂਰਮਾ ਕਿੱਥੇ ਜਨਮ ਲਏਗਾ। ਭਾਈ ਸਾਹਿਬ ਭਾਈ ਮਾਨ ਸਿੰਘ ਦਾ ਸੰਸਕਾਰ ਆਪਣੇ ਹੱਥੀਂ ਕਰਕੇ ਜਦੋਂ ਪਾਤਸ਼ਾਹ ਡੇਰੇ 'ਚ ਆ ਗਏ ਤੇ ਬਹਾਦਰ ਸ਼ਾਹ ਅਫਸੋਸ ਕਰਨ ਆਇਆ। ਕਹਿਣ ਲੱਗਾ ਮਹਾਰਾਜ ਇਹਨਾਂ ਮੂਰਖਾਂ ਨੇ ਬਹੁਤ ਗਲਤੀ ਕੀਤੀ ਹੈ, ਜਿਨ੍ਹਾਂ ਬੰਦਿਆਂ ਨੇ ਭਾਈ ਮਾਨ ਸਿੰਘ ਨੂੰ ਮਾਰਿਆ ਮੈਂ ਉਹ ਸਾਰੇ ਨੌਕਰੀਆਂ ਕੱਢ ਦੇਣੇ ਤੇ ਗ੍ਰਿਫਤਾਰ ਕਰ ਲਏ। ਉਹ ਸਾਰੇ ਸਿਪਾਹੀ ਪਕੜ ਕੇ 10ਵੇਂ ਪਾਤਸ਼ਾਹ ਦੇ ਸਾਹਮਣੇ ਲਿਆਂਦੇ। ਮਹਾਰਾਜ ਇਹਨਾਂ ਨੇ ਤੁਹਾਡਾ ਬੰਦਾ ਮਾਰਿਆ, ਇਹਨਾਂ ਨੂੰ ਸਜ਼ਾ ਮੌਤ, ਜੋ ਮਰਜ਼ੀ ਤੁਸੀਂ ਸਜ਼ਾ ਦਿਓ। ਸਤਿਗੁਰਾਂ ਨੇ ਉਹਨਾਂ ਵੱਲ ਵੇਖਿਆ, ਕਹਿਣ ਲੱਗੇ ਵੀ ਤੁਹਾਨੂੰ ਹੁਣ ਅਸੀਂ ਸਜ਼ਾਏ ਮੌਤ ਦਈਏ, ਮਾਰ ਦਈਏ ਤੁਹਾਨੂੰ? ਤੁਸੀਂ ਕਿਹੜੇ ਕੀ ਕੰਮ ਕੀਤਾ? ਇੱਕ ਸਿੰਘ ਤੁਹਾਡੀ ਲੜਾਈ ਹਟਾਉਣ ਗਿਆ ਤੇ ਤੁਸੀਂ ਉਹਨੂੰ ਮਾਰਤਾ ਗੋਲੀ ਮਾਰ ਕੇ। ਇਹ ਕਿੱਦਾਂ ਦੀ ਸਿਆਣਪ ਕੀਤੀ, ਕਿਹੜੀ ਬਹਾਦਰੀ ਕੀਤੀ ਤੁਸੀਂ? ਉਹਦੇ ਇਕੱਲੇ ਨਾਲ ਤੁਸੀਂ 10-20 ਲੜ ਕੇ ਵੇਖਦੇ, ਫਿਰ ਦੱਸਦਾ ਉਹ। ਮਹਾਰਾਜ ਬੜੇ ਰੋਹ 'ਚ ਬੋਲੇ, ਫਿਰ ਕਹਿਣ ਲੱਗੇ ਜਾਓ, ਛੱਡ ਦਿੱਤਾ ਤੁਹਾਨੂੰ ਪਰਮੇਸ਼ਰ ਹੀ ਕਰਮਾਂ ਦੀ ਸਜ਼ਾ ਦੇਗਾ, ਅਸੀਂ ਨਹੀਂ ਤੁਹਾਡੇ ਤੇ ਹੁਣ ਵਾਰ ਕਰਨਾ। ਐਸੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ
ਇਹ ਪ੍ਰਸੰਗ ਅੱਗੇ ਆਉਂਦੇ। ਕਹਿਣ ਦਾ ਮਤਲਬ ਹੈ ਜਿੱਥੇ ਦੋ ਫੌਜਾਂ ਨੇੜੇ ਹੋਣ ਨਾ ਉੱਥੇ ਲੜਾਈ ਹੋ ਜਾਂਦੀ ਹੈ। ਫਿਰ ਦੂਜੇ ਮਜ਼ਹਬ ਦੀਆਂ ਹੋਣ ਤਾਂ ਫਿਰ ਤਾਂ ਹੋਣੀ ਹੈ। ਇੱਕ ਪਾਸੇ ਸਿੱਖਾਂ ਦੀ ਫੌਜ ਅੰਮ੍ਰਿਤਸਰ ਆਈ ਤੇ ਦੂਜੇ ਪਾਸੇ ਲੱਖੂ ਦੀ ਫੌਜ ਬੈਠੀ ਹੈ, ਜ਼ਕਰੀਏ ਦੀ ਫੌਜ ਬੈਠੀ ਹੈ। ਲੜਾਈ ਦਾ ਜਿਹੜਾ ਹੈ ਨਾ ਖਦਸ਼ਾ ਜ਼ਿਆਦਾ ਹੈ। ਹਾਂਜੀ। ਸਮੋ ਮਣੀ ਸਿੰਘ ਆ ਪੁੱਜੋ ਖਾਨ ਅਕਲ ਦਈ ਖੋਏ। ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸਮਾਂ ਆ ਗਿਆ ਸੀ ਤੇ ਖਾਨ ਬਹਾਦਰ ਦੀ ਅਕਲ ਤੇ ਪੜਦਾ ਪੈ ਗਿਆ ਸੀ। ਚਾਉ ਪਈ ਨਿਬਾਬ ਅਕਲ ਜਾਉ ਗਈ ਵਿਕਾਈ। ਇਹਦਾ ਨਵਾਬ ਦੀ ਮੱਤ ਮਾਰੀ ਗਈ, ਉਹਦੇ ਮਨ 'ਚ ਬੁਰਾਈ ਆ ਗਈ, ਖੁਟਿਆਈ ਆ ਗਈ। ਬਰੂਦ ਅਗਨ ਸੋ ਚਾਹੈ ਮਿਲਾਈ। ਮੂਰਖ ਨਵਾਬ ਨੇ ਇਸ ਵਿਚਾਰ ਨਹੀਂ ਕੀਤੀ ਵੀ ਮੈਂ ਬਰੂਦ ਤੇ ਅੱਗ ਨੂੰ ਨੇੜੇ ਕਰ ਰਿਹਾ। ਅੱਗ ਦੇ ਨੇੜੇ ਬਰੂਦ ਤੇ ਬਰੂਦ ਦੇ ਨੇੜੇ ਅੱਗ ਤੇ ਧਮਾਕਾ ਤਾਂ ਹੋਣਾ ਹੀ ਹੈ। ਇੱਕ ਪਾਸੇ ਸਿੱਖਾਂ ਦੀ ਫੌਜ ਹੈ, ਇੱਕ ਪਾਸੇ ਸਰਕਾਰੀ ਫੌਜ ਭੇਜ ਰਿਹਾ। ਲੜਾਈ ਹੋਣ ਦਾ ਤਾਂ ਸਿੱਧਾ ਹੀ ਉਥੇ ਚਾਂਸ ਬਣੇਗਾ। ਸ਼ਾਹੇ ਦੋਏ ਆਓ ਮਸਤ ਸਿੰਘ ਦੋਏ। ਇੱਕ ਮੁਲਕ 'ਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ, ਇੱਕ ਜੰਗਲ 'ਚ ਦੋ ਬੱਬਰ ਸ਼ੇਰ ਨਹੀਂ ਰਹਿ ਸਕਦੇ ਮਸਤੇ ਹੋਏ। ਤੇ ਇਸ ਤਰ੍ਹਾਂ ਦੋ ਫੌਜਾਂ ਜਿਹੜੀਆਂ ਨੇ ਉਹ ਆਪਸ ਵਿੱਚ ਇਕੱਠੀਆਂ ਨਹੀਂ ਰਹਿ ਸਕਦੀਆਂ। ਹੋਏ ਇਕੱਤਰ ਕਬ ਸੁਖ ਹੋਏ। ਜੇ ਇਕੱਠੇ ਹੋਣਗੇ ਤਾਂ ਦੰਗਾ ਹੋਵੇਗਾ, ਸੁਖ ਕਦੀ ਨਹੀਂ ਹੋ ਸਕਦਾ। ਸਿੰਘਨ ਫੌਜ ਸੁਣੀ ਜਬ ਆਈ। ਜਦੋਂ ਸਿੰਘਾਂ ਨੇ ਸੁਣਿਆ ਵੀ ਤੁਰਕਾਂ ਦੀ ਫੌਜ ਆਈ ਹੈ ਤਉ ਸਿੰਘਨ ਦਿਲ ਔਰ ਬਿਹਾਈ। ਤਾਂ ਖਾਲਸੇ ਦੇ ਮਨ ਵਿੱਚ ਆ ਗਈ ਗੱਲ ਹੋਰ, ਹਮਕੋ ਮਾਰਨ ਫੌਜ ਸੋ ਆਈ। ਇਹ ਜਿਹੜੀ ਫੌਜ ਆਈ ਹੈ ਤੇ ਸਾਡੇ ਨਾਲ ਲੜਨ ਆਈ ਹੈ, ਹੋਰ ਕੀ ਕੰਮ ਇਹਨਾਂ ਨੂੰ? ਇਹ ਤਾਂ ਸਾਨੂੰ ਮਾਰਨ ਆਏ ਐ। ਸਲੂਕ ਇਨੇ ਕੋ ਹਮ ਕਬ ਭਾਈ। ਸਾਡਾ ਤੇ ਇਹਨਾਂ ਦਾ ਸਲੂਕ ਹੋ ਹੀ ਨਹੀਂ ਸਕਦਾ, ਸਾਡਾ ਇਹਨਾਂ ਦਾ ਮੇਲ ਕਦੋਂ ਹੋਇਆ ਹੈ? ਆਪ ਆਪਣੇ ਜਾਤ ਸੋ ਭਏ। ਸੋ ਸਿੰਘ ਜਿਹੜੇ ਸਿਆਣੇ ਸੀਗੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਸਮਝਾਤਾ ਵੀ ਤੁਸੀਂ ਹੁਣ ਨਿਕਲ ਜਾਓ ਇੱਥੋਂ, ਤੁਰਕਾਂ ਦੀ ਫੌਜ ਜ਼ਿਆਦਾ, ਅੰਮ੍ਰਿਤਸਰ ਦੰਗਾ ਹੋਏਗਾ, ਲੜਾਈ ਹੋਏਗੀ, ਬੇਅਦਬੀ ਹੋਵੇਗੀ, ਤੁਸੀਂ ਇੱਥੋਂ ਚਲੇ ਜਾਓ। ਸਿੰਘ ਸਾਰੇ ਸਮਾਂ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਲਾਗਿਓਂ ਉੱਠ ਕੇ ਆਪਣੇ ਆਪਣੇ ਇਲਾਕਿਆਂ ਨੂੰ ਜਾਂ ਜੰਗਲਾਂ ਨੂੰ ਚਲੇ ਗਏ। ਹਾਂਜੀ। ਕਿਛ ਨਹਾਤੇ ਕਿਛ ਬਿਨ ਹੀ ਨਹਾਏ। ਕਈ ਤਾਂ ਇਸ਼ਨਾਨ ਕਰ ਬੈਠੇ ਸੀਗੇ ਸਰੋਵਰ ਦਾ ਤੇ ਕਈਆਂ ਨੇ ਜੇ ਇਸ਼ਨਾਨ ਕਰਨਾ ਸੀ। ਭਾਈ ਮਨੀ ਸਿੰਘ ਕਹਿੰਦੇ ਨਿਕਲ ਜਾਓ ਸਿੰਘੋ ਇੱਥੋਂ, ਹੁਣ ਇੱਥੇ ਲੜਾਈ ਨਾ ਹੋ ਜਾਵੇ, ਕਿਤੇ ਨੁਕਸਾਨ ਨਾ ਹੋ ਜਾਏ ਖਾਲਸੇ ਦਾ, ਚਲੇ ਜਾਓ। ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਬੜੀ ਸਿਆਣਪ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਤੋਰ ਦਿੱਤਾ। ਨਹਿ ਦਰੋਗਾ ਕੋ ਟਕੇ ਸੋ ਆਏ। ਤੇ ਉਹ ਭੇਟਾ ਜਿਹੜੀ ਦਰਬਾਰ ਸਾਹਿਬ ਚੜਾਵਾ ਚੜ੍ਹਨਾ ਸੀ, ਮੇਲਾ ਲੱਗਣਾ ਸੀ, ਉਹ ਲੱਗਾ ਹੀ ਨਹੀਂ। ਜਿੰਨੀ ਮਾਇਆ ਤੁਰਕ ਭਾਲਦੇ ਸੀ, ਕਿਤੇ 5000 ਲਿਖਿਆ, ਭਾਈ ਸਾਹਿਬ ਨੇ 10 ਲਿਖਿਆ। ਸੋ ਇਹ ਜਿਹੜੀ ਮਾਇਆ ਸੀ ਕਿ ਟਕੇ 10,000, ਇਹ ਕਹਿੰਦੇ ਸਰਕਾਰ ਨੂੰ ਨਹੀਂ ਆਏ। ਹੋਵਨ ਹਾਰ ਸੋ ਹੋਣੀ ਭਾਏ। ਇਹ ਹੋਣੀ ਏਦਾਂ ਹੋਣੀ ਸੀ, ਭਾਣਾ ਵਰਤਣਾ ਸੀ ਮਾਈ, ਹੋਣ ਹਾਰ ਸੋ ਹੋਈ ਹੈ। ਰਾਜ ਰਹਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਆ। ਸੋ ਐਸਾ ਭਾਣਾ ਵਰਤ ਗਿਆ। ਸੰਗਤ ਕਹਿਓ ਦਿਨ ਆਇਓ ਸੋਈ। ਸੋ ਸਾਧ ਸੰਗਤ ਜੀ, ਸੰਗਤ ਦਾ ਜਿਹੜਾ ਵਚਨ ਸੀਗਾ ਨਾ ਵੀ ਭਾਈ ਮਨੀ ਸਿੰਘ ਤੁਹਾਡੇ ਬੰਦ ਕੱਟੇ ਜਾਣਗੇ, ਉਹ ਦਿਨ ਨੇੜੇ ਆ ਗਿਆ। ਮਨੀ ਸਿੰਘ ਸਿਰ ਹੋਣੀ ਜੋਈ। ਜੋ ਭਾਈ ਮਨੀ ਸਿੰਘ ਦੇ ਸਿਰ ਤੇ ਭਾਣਾ ਵਰਤਣਾ ਸੀ। ਸਮਝ ਮਨੀ ਸਿੰਘ ਮਨ ਮੈਂ ਬਹਿਓ। ਭਾਈ ਮਨੀ ਸਿੰਘ ਬੜੇ ਸਮਝਦਾਰ ਸਿਆਣੇ ਸੁਘੜ ਸਨ, ਉਹ ਸਾਰੀ ਗੱਲ ਨੂੰ ਸਮਝ ਗਏ। ਕਈ ਸਿੰਘਨ ਉਹਾਂ ਸਾਥ ਨਿਭਹਿਓ। ਸਾਧ ਸੰਗਤ ਜੀ, ਜਿਹੜੇ ਸਿਆਣੇ ਸਿੰਘ ਭਾਈ ਮਨੀ ਸਿੰਘ ਨਾਲ ਪ੍ਰੇਮ ਰੱਖਣ ਵਾਲੇ, ਉਹਨਾਂ ਨੇ ਸਾਥ ਨਹੀਂ ਛੱਡਿਆ। ਬਾਕੀ ਦਾ ਖਾਲਸਾ ਸਾਰਾ ਚਲਾ ਗਿਆ, ਪਰ ਕੁਝ ਪ੍ਰੇਮੀ ਜਿਹੜੇ ਭਾਈ ਸਾਹਿਬ ਦੇ ਕੋਲ ਰਹਿੰਦੇ ਸੀ ਉਹ ਨਾਲ ਹੀ ਰਹੇ। ਦੋਹਰਾ ਪੈਸੋ ਪੂਰੋ ਨਹਿ ਭਇਓ ਤੁਰਕਨ ਆਮਦ ਜਾਨ। ਤੁਰਕਾਂ ਨੂੰ ਜਿਹੜਾ 10,000 ਰੁਪਈਆ ਦੇਣਾ ਸੀ, ਅੱਧਾ ਵੀ ਇਕੱਠਾ ਨਹੀਂ ਹੋਇਆ। ਮਾਇਆ ਹੀ ਨਹੀਂ, ਚੜਾਵਾ ਹੀ ਨਹੀਂ ਚੜਿਆ, ਆਮਦਨ ਨਹੀਂ ਹੋਈ ਦਰਬਾਰ ਸਾਹਿਬ, ਪੈਸੇ ਕਿੱਥੋਂ ਦੇਣੇ ਸੀ? ਲੰਗਰ ਦਾ ਕੰਮ ਵੀ ਪੂਰਾ ਨਹੀਂ ਚੱਲਿਆ। ਦੰਗੋ ਫੰਗੋ ਭੀ ਭਇਓ ਪਹੁੰਚਿਓ ਸਮੇਂ ਸੋ ਆਣ। ਇਹੋ ਜਿਹਾ ਸਮਾਂ ਸੀ, ਮਾਹੌਲ ਤਣਾਅ ਦਾ ਬਣ ਗਿਆ, ਦੰਗੇ ਦੀ ਲੜਾਈ ਦੀ ਗੱਲ ਬਣ ਗਈ। ਸਿੰਘ ਸੋ ਦੰਗਿਓ ਕਬ ਟਲੈ ਜਿਨ ਕੀ ਆਦਤ ਦੰਗ। ਸਿੰਘ ਦੰਗੇ ਤੋਂ ਟਲਦੇ ਕੋਈ ਨਹੀਂ, ਕਿਉਂਕਿ ਇਹਨਾਂ ਦੀ ਆਦਤ ਹੈ ਜਾਤ ਗੋਤ ਸਿੰਘਨ ਕੀ ਦੰਗਾ। ਇਹ ਤਾਂ ਬਾਦਸ਼ਾਹ ਦੀ ਫੌਜਾਂ ਨੂੰ ਵੇਖ ਕੇ ਖਾਮਖਾ ਲੜਨ ਨੂੰ ਪੈਂਦੇ ਆ। ਇਸ ਕਰਕੇ ਭਾਈ ਮਨੀ ਸਿੰਘ ਨੇ ਇਹਨਾਂ ਨੂੰ
ਟੋਰ ਦਿੱਤਾ ਵੀ ਤੁਸੀਂ ਇੱਥੋਂ ਚਲੇ ਜਾਓ। ਹੋਵੈ ਪ੍ਰਸੰਨ ਇਹ ਕਰਤ ਹੀ ਆਦਹਿ ਦੰਗ ਔ ਜੰਗ। ਇਹ ਤੇ ਮੁੱਢ ਤੋਂ ਹੀ ਜੰਗ ਕਰਕੇ ਖੁਸ਼ ਹੁੰਦੇ ਐ। ਚਉਪਈ ਯੋ ਅੰਮ੍ਰਿਤਸਰ ਲਖੂ ਆਇਓ। ਉਧਰੋਂ ਸਿੰਘ ਤੇ ਚਲੇ ਗਏ, ਲੱਖੂ ਅੰਮ੍ਰਿਤਸਰ ਆ ਗਿਆ। ਉਹਾਂ ਸਿੰਘ ਜੋ ਕੋਉ ਉਨ ਪਾਇਓ। ਜਿਹੜੇ ਕੋਈ ਥੋੜੇ ਵਾਲੇ ਸਿੰਘ ਰਹਿ ਗਏ ਸੀਗੇ, ਜਾਣ 'ਚ ਦੇਰੀ ਹੋ ਗਈ ਜਿਨ੍ਹਾਂ ਨੂੰ, ਦੰਗੈ ਫੰਗੈ ਸੋ ਫੜ ਲਿਓ। ਉਹਨਾਂ ਨਾਲ ਲੜਾਈ ਹੋ ਗਈ। ਉਹ ਥੋੜੇ ਸੀਗੇ 10-20 ਸਿੰਘ, ਕੀ ਕਰਦੇ ਇੰਨੀ ਫੌਜ ਦੇ ਅੱਗੇ, ਉਹਨਾਂ ਨੇ ਉਹ ਫੜ ਲਏ ਸਾਰੇ। ਫੜ ਆਗੈ ਨਵਾਬ ਪਾਸ ਪਹੁੰਚਿਓ। ਉਹਨਾਂ ਨੂੰ ਗ੍ਰਿਫਤਾਰ ਕਰਕੇ ਲੱਖੂ ਨੇ ਨਵਾਬ ਕੋਲ ਭੇਜ ਦਿੱਤਾ। ਉਤੇ ਸਿੰਘਨ ਮੈਂ ਜੋ ਨਾਮਦਾਰ। ਜਿਹੜੇ ਸਿੰਘਾਂ 'ਚੋਂ ਮੁਖੀ ਸਿੰਘ ਸਨ, ਨਾਮੀ ਸਿੰਘ ਸਨ ਜਰਨੈਲ ਪੰਥ ਦੇ, ਸੋ ਫੜ ਲਈਏ ਮਣੀ ਸਿੰਘ ਨਾਰ। ਉਹਨਾਂ 'ਚੋਂ ਕਈ ਭਾਈ ਮਨੀ ਸਿੰਘ ਦੇ ਨਾਲ ਫੜੇ ਗਏ, ਜਿਨ੍ਹਾਂ 'ਚੋਂ ਭਾਈ ਗੁਲਜ਼ਾਰਾ ਸਿੰਘ ਜੀ, ਭਾਈ ਮਨੀ ਸਿੰਘ ਦਾ ਪੁੱਤਰ ਭਾਈ ਚਿੱਤਰ ਸਿੰਘ, ਇੱਦਾਂ ਹੋਰ ਭੱਟਾਂ ਦੇ ਪਰਿਵਾਰ ਵਿੱਚੋਂ ਵੀ ਕੁਝ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਇਹ ਸਾਰੇ 7-8 ਸਿੰਘ ਜਿਹੜੇ ਮੁਖੀ ਫੜੇ ਗਏ। ਐਸੋ ਫੇਰ ਸਮੈ ਕੋ ਆਇਓ। ਐਸਾ ਸਮੇਂ ਦਾ ਫੇਰ ਬਣਿਆ। ਅਰ ਤਕਤ ਤਹ ਔਰੋ ਭਇਓ। ਇਸ ਤਰ੍ਹਾਂ ਦਾ ਵਰਤਾਰਾ ਹੋਇਆ। ਭਾਣਾ ਪਰਮੇਸ਼ਰ ਦਾ ਕਿਤੇ ਦਾ ਮੇਲਾ ਲੱਗਣਾ ਸੀ ਖੁਸ਼ੀਆਂ ਨਾਲ, ਪਰ ਨਰ ਚਾਹਤ ਕਛ ਔਰੈ ਕੀ ਔਰੈ ਭਈ। ਹੋਰ ਦੀ ਹੋਰ ਹੀ ਗੱਲ ਬੇਰਸੀ ਹੋ ਗਈ ਜ਼ਿਆਦਾ ਹੀ। ਸੋ ਨਵਾਬ ਕੈ ਅੱਗੇ ਖੜਾਏ। ਇਹਨਾਂ ਸਾਰਿਆਂ ਨੂੰ ਫੜ ਕੇ ਨਵਾਬ ਜ਼ਕਰੀਏ ਦੇ ਸਾਹਮਣੇ ਪੇਸ਼ ਕੀਤਾ। ਨਵਾਬ ਕਾਜੀਆਂ ਦਿਓ ਪਖਾਏ। ਤੇ ਕਾਜ਼ੀਆਂ ਨੇ ਨਵਾਬ ਦੇ ਕੰਨ ਭਰ ਦਿੱਤੇ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦੇ ਕਾਜ਼ੀ ਕਹਿਣ ਲੱਗੇ ਜੀ ਇਹ ਜਿਹੜਾ ਹੈ ਨਾ ਮਨੀ ਸਿੰਘ, ਇਹਦੇ ਵਾਸਤੇ ਸ਼ਰਅ 'ਚ ਸਖਤ ਹੁਕਮ ਹੈ ਬਾਕੀਆਂ ਨਾਲੋਂ। ਉਹ ਕਹਿੰਦੇ ਕਿਉਂ? ਕਾਜ਼ੀ ਕਹਿੰਦੇ ਫਿਰ ਇਹ ਸਿੰਘ ਪੰਥ ਕਾ ਮੁਖੀਆ ਸਿੰਘਨ ਤਾਈ ਸਿਖਾਇਆ ਹੈ। ਇਹ ਸਿੰਘਾਂ ਦਾ ਮੁਖੀਆ, ਸਿੰਘਾਂ ਦੇ ਅੰਦਰ ਸਪਿਰਟ ਭਰਦਾ, ਇਹ ਅੰਮ੍ਰਿਤ ਛਕਾਉਂਦਾ, ਤਾਂ ਹੀ ਇਹ ਨੌਜਵਾਨ ਲੜਨ ਨੂੰ ਪੈਂਦੇ ਆ। ਜੇ ਇਹ ਮਰ ਜਾਵੇ ਤੇ ਸਾਰੇ ਟਲ ਜਾਣਗੇ। ਕਹਿੰਦੇ ਇਹ ਵੱਡੀ ਬਲਾ ਹੈ। ਭਾਈ ਸਾਹਿਬ ਮਨੀ ਸਿੰਘ ਜੀ ਦੇ ਉੱਤੇ ਇਹ ਫਤਵਾ ਲਾਇਆ ਵੀ ਇਹ ਸਿੱਖਾਂ ਦੇ ਅੰਦਰ ਬਗਾਵਤ ਦਾ ਬੀਜ ਬੀਜਦੇ ਨੇ। ਨਵਾਬ ਕਹਿਓ ਹਮ ਪੈਸੇ ਦੇਹੋ। ਨਵਾਬ ਨੇ ਅੱਗੋਂ ਇਹ ਕਿਹਾ ਵੀ ਸਾਡੇ ਪੈਸੇ ਦਿਓ ਬਈ, ਤੁਸੀਂ 10,000 ਰੁਪਇਆ ਦੇਣਾ ਸਾਨੂੰ ਸਰਕਾਰ ਨੂੰ, ਉਹ ਦਿਓ। ਔਰ ਸਿੰਘਨ ਕਹਿਓ ਜਾਮਨ ਲੇਹੋ। ਜਿਹੜੇ ਲਾਹੌਰ ਦੇ ਸਿੰਘ ਸੀਗੇ, ਭਾਈ ਸੂਰਤ ਸਿੰਘ ਜੀ, ਸੁਬੇਗ ਸਿੰਘ ਜੀ, ਇਹ ਲਾਹੌਰ ਦੇ ਵਿੱਚ ਰਹਿੰਦੇ ਸੀਗੇ, ਚੰਗੇ ਬੰਦੇ ਸੀ, ਜਿਹਨੂੰ ਕਹਿੰਦੇ ਆ ਵੀ ਇੱਜ਼ਤਦਾਰ ਪ੍ਰਤਿਸ਼ਠ ਆਦਮੀ ਸਨ। ਇਹਨਾਂ 'ਚੋਂ ਕੁਝ ਦੀਵਾਨ ਲੱਛੀ ਰਾਮ, ਪੌੜਾ ਮੱਲ, ਇਹ ਹਿੰਦੂ ਬਰਾਦਰੀ 'ਚੋਂ ਗੁਰੂ ਕੇ ਸਿੱਖ ਸਹਿਜਧਾਰੀ ਸਨ। ਜਿਹੜਾ ਸੂਰਤ ਸਿੰਘ ਸੀਗਾ ਇਹ ਐਦਾ ਅੰਮ੍ਰਿਤਧਾਰੀ ਸਿੰਘ ਸੀ, ਸਰਕਾਰੀ ਡਿਊਟੀ ਕਰਦਾ ਸੀ। ਔਰ ਸਾਧ ਸੰਗਤ ਜੀ ਜਿਹੜੇ ਸੰਪਰਦਾਇ ਗਿਆਨੀ ਦੀ ਜਿਹੜੀ ਗਿਆਨੀਆਂ ਦੀ ਲਿਸਟ ਹੈ ਨਾ, ਉਹਦੇ ਵਿੱਚ ਵੀ ਭਾਈ ਸੂਰਤ ਸਿੰਘ ਦਾ ਜ਼ਿਕਰ ਆਉਂਦਾ ਵੀ ਸੂਰਤ ਸਿੰਘ ਜੀ ਸੰਪਰਦਾਇ ਦੇ ਟਕਸਾਲ ਦੇ ਮੁਖੀ ਰਹੇ, ਕਿਉਂਕਿ ਉਹਨਾਂ ਨੇ ਅਰਥ ਪੜ੍ਹੇ ਉੱਥੋਂ ਮਹਾਰਾਜ ਭਾਈ ਮਨੀ ਸਿੰਘ ਜੀ ਕੋਲੋਂ। ਉਹਨਾਂ ਸਿਆਣੇ ਸਿੰਘਾਂ ਨੇ ਦੀਵਾਨ ਨੂੰ ਆਖਿਆ, ਨਵਾਬ ਨੂੰ ਆਖਿਆ ਵੀ ਤੁਸੀਂ ਭਾਈ ਮਨੀ ਸਿੰਘ ਨੂੰ ਛੱਡ ਦਿਓ, ਅਸੀਂ ਲਾਹੌਰ ਵਾਲੇ ਇਕੱਠੇ ਕਰਕੇ ਦੇ ਦਿੰਦੇ ਤੁਹਾਡੇ ਪੈਸੇ, ਜਾਮਨ ਲੈ ਲਓ, ਥੋੜੇ ਦਿਨ ਠਹਿਰ ਕੇ ਤੁਹਾਡੇ ਪੈਸੇ ਅਸੀਂ, ਜੇ ਤੁਸੀਂ 2-4 ਦਿਨ 10 ਦਿਨ ਸਬਰ ਕਰ ਲਓ, ਅਸੀਂ ਤੁਹਾਡੀ ਮਾਇਆ ਤਾਰ ਦੇਣੀ ਇਕੱਠੀ ਕਰਕੇ। ਸ਼ਾਹੂਕਾਰ ਭੀ ਮੰਨਣ ਥੇ ਆਏ। ਜਿਹੜੇ ਸ਼ਹਿਰ ਦੇ ਸ਼ਾਹੂਕਾਰ ਸੀ, ਦੀਵਾਨ ਲੱਛੀ ਰਾਮ ਹੋ ਗਿਆ, ਕੌੜਾ ਮੱਲ ਹੋ ਗਿਆ, ਭਾਈ ਸੂਰਤ ਸਿੰਘ ਹੋ ਗਿਆ, ਸੁਬੇਗ ਸਿੰਘ, ਸ਼ਹਿਰ ਦੇ ਵੱਡੇ ਬੰਦੇ ਸਾਰੇ ਇਕੱਠੇ ਹੋ ਕੇ ਪੰਚਾਇਤ ਦੇ ਰੂਪ 'ਚ ਆਏ ਵੀ ਮਨੀ ਸਿੰਘ ਨੂੰ ਛੱਡ ਦਿਓ, ਸਾਡੀ ਜਾਮਨੀ ਲੈ ਲਓ, ਪੈਸੇ ਅਸੀਂ ਦੇ ਦਿਆਂਗੇ। ਮਨੀ ਸਿੰਘ ਸੋ ਦਏ ਹਟਾਏ। ਪਰ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਕਹਿਤਾ ਵੀ ਨਹੀਂ, ਤੁਸੀਂ ਸਾਡੀ ਜਾਮਨੀ ਨਹੀਂ ਲੈਣੀ, ਹੁਣ ਤੁਸੀਂ ਸਾਨੂੰ ਛੁਡਾਉਣ ਵਾਸਤੇ ਪੈਸਾ ਵੀ ਨਹੀਂ ਭਰਨਾ। ਹੁਣ ਜਿਹੜਾ ਸਮਾਂ ਆਉਣਾ ਸੀ ਉਹ ਆ ਚੁੱਕਾ, ਜਿਹੜੀ ਸਮੇਂ ਦੀ ਅਸੀਂ ਉਡੀਕ ਕਰ ਰਹੇ ਸੀ ਉਹ ਟਾਈਮ ਆ ਗਿਆ। ਇਸ ਕਰਕੇ ਸਿੰਘੋ ਸਾਨੂੰ ਛੁਡਾਉਣ ਦੀ, ਸਾਡੀ ਜ਼ਮਾਨਤ ਕਰਾਉਣ ਦੀ ਕੋਸ਼ਿਸ਼ ਨਾ ਕਰੋ। ਹਮ ਪੈ ਟਕੇ ਅਬੈ ਸੋ ਨਾਹੀ। ਕਹਿ ਦਿੱਤਾ ਸਾਡੇ ਕੋਲ ਕੋਈ ਪੈਸਾ ਨਹੀਂ, ਹੁਣ ਅਸੀਂ ਕੋਈ ਪੈਸਾ ਦੇਣਾ ਨਹੀਂ ਸਰਕਾਰ ਨੂੰ। ਟਕੇ ਨਾ ਦੇਨੇ ਹਮ ਨੇ ਕਦਾਹੀ। ਅਸੀਂ ਕਦੀ ਵੀ ਨਹੀਂ ਦੇਣਾ, ਅਸੀਂ ਇਹਨਾਂ ਨੂੰ ਕਿਉਂ ਦਈਏ ਪੈਸੇ। ਹੁਣ ਕਹਿਓ ਵੇਲਾ ਹੈ ਹਮਰੋ ਆਇਆ। ਭਾਈ ਸਾਡੇ ਸ਼ਹੀਦੀ ਦਾ ਸਮਾਂ ਆ ਗਿਆ,
ਸਾਨੂੰ ਜੋ ਖਾਲਸੇ ਪੰਥ ਵੱਲੋਂ ਬਚਨ ਹੋਇਆ ਉਹ ਪੂਰਾ ਹੋਣ ਦਾ ਟਾਈਮ ਆ ਗਿਆ ਹੈ। ਬਚਨ ਸਿੱਖਣ ਮੈਂ ਚਾਹੂੰ ਉਤਰ ਆਇਆ। ਉਹ ਜਿਹੜਾ ਖਾਲਸੇ ਦਾ ਬਚਨ ਹੈ ਉਹ ਪੂਰਾ ਕਰਨਾ ਚਾਹੁੰਦੇ ਹਾਂ ਅਸੀਂ। ਮੈਂ ਬੰਦ ਅਬ ਚਾਹੂੰ ਕਟਾਇਆ। ਮੈਂ ਆਪਣੇ ਬੰਦ ਕਟਵਾਣੇ ਆ ਜੋ ਮੈਨੂੰ ਪੰਥ ਖਾਲਸੇ ਵੱਲੋਂ ਹੁਕਮ ਲੱਗਾ ਹੋਇਆ ਹੈ। ਇਮ ਕਹਿ ਕੈ ਉਨ ਇਮੈ ਅਲਾਇਆ। ਭਾਈ ਮਨੀ ਸਿੰਘ ਜੀ ਨੇ ਦੀਵਾਨ ਲੱਛੀ ਰਾਮ, ਕੌੜਾ ਮੱਲ, ਭਾਈ ਸੂਰਤ ਸਿੰਘ ਆਦਿਕ ਸਿਆਣਿਆਂ ਸਿੰਘਾਂ ਨੂੰ ਰੋਕ ਦਿੱਤਾ। ਮੇਰੀ ਜ਼ਮਾਨਤ ਨਹੀਂ ਕਰਾਣੀ ਕਿਸੇ ਨੇ, ਮੇਰੇ ਪੈਸੇ ਨਹੀਂ ਤਾਰਨੇ। ਅਬ ਪੈਸੇ ਹਮ ਪੈ ਕਛ ਤੇ ਨਾਹੀ। ਜ਼ਕਰੀਏ ਨੂੰ ਕਹਿਤਾ ਸਾਡੇ ਕੋਲ ਕੋਈ ਪੈਸਾ ਨਾ ਮੰਗੀ, ਹੁਣ ਅਸੀਂ ਪੈਸਾ ਨਹੀਂ ਦੇਣਾ। ਲੈ ਜਾਨ ਹਮਾਰੀ ਨਗਦੀ ਮਾਹੀ। ਹਾਂ ਤੈਨੂੰ ਨਗਦ ਦੇਾਂਗੇ ਪਰ ਆਪਣੀ ਜਾਨ ਦੇਾਂਗੇ। ਆਖੋ ਸ੍ਰੀ ਵਾਹਿਗੁਰੂ। ਜਾਨ ਦੇਾਂਗੇ ਆਪਣੀ, ਅਸੀਂ ਆਪਣੇ ਸੀਸ ਦੇਾਂਗੇ ਨਗਦ, ਅਸੀਂ ਪੈਸੇ ਨਹੀਂ ਓ ਦੇਣੇ ਤੇਰੇ। ਸ਼ਹਿਰ ਲੋਕ ਆ ਇਕੱਠੇ ਹੋਏ। ਸਾਰਾ ਸ਼ਹਿਰ ਇਕੱਠਾ ਹੋ ਗਿਆ। ਲਾਹੌਰ 'ਚ ਬੜੀ ਹਾਹਾਕਾਰ ਮਚ ਗਈ। ਭਾਈ ਸਾਹਿਬ ਮਨੀ ਸਿੰਘ ਦੀ ਗ੍ਰਿਫਤਾਰੀ ਪੰਜਾਬ ਵਾਸਤੇ, ਪੂਰੇ ਹਿੰਦੁਸਤਾਨ ਦੇ ਸਿੱਖਾਂ ਵਾਸਤੇ, ਕਿਉਂਕਿ ਉਹ ਤਾਂ ਸਾਰੀ ਦੁਨੀਆ 'ਚ ਪ੍ਰਸਿੱਧ ਸਨ, ਗੁਰੂ ਘਰ ਦੇ ਮਹਾਨ ਸਿੱਖ ਸਨ। ਲੈ ਕੇ ਪੈਸੇ ਆਣ ਖਲੋਏ। ਸ਼ਹਿਰ 'ਚੋਂ ਬਹੁਤ ਸਾਰੇ ਲੋਕ ਪੈਸੇ ਲੈ ਕੇ ਆ ਗਏ। ਦੋ ਮੁਸਲਮਾਨਾਂ ਦਾ ਵੀ ਜ਼ਿਕਰ ਹੈ, ਫਕੀਰ ਸਨ ਉਹ ਆਏ। ਕਹਿੰਦੇ ਜਦੋਂ ਭਾਈ ਸਾਹਿਬ ਦੇ ਬੰਦ ਕੱਟਣੇ ਸ਼ੁਰੂ ਹੋਏ ਨਾ, ਉਦੋਂ ਆ ਗਏ। ਅੱਗੇ ਕਥਾ ਹੁੰਦੀ ਹੈ, ਉਹ ਭਾਈ ਗਿਆਨ ਸਿੰਘ ਗਿਆਨੀ, ਉਹਨਾਂ ਦੇ ਨਾਮ ਵੀ ਲਿਖੇ ਪੰਥ ਪ੍ਰਕਾਸ਼ ਵਿੱਚ ਦੂਸਰੇ ਵਿੱਚ, ਵੀ ਜਦੋਂ ਉਹ ਦੋਵੇਂ ਮੁਸਲਮਾਨ ਫਕੀਰ ਆਏ ਤੇ ਭਾਈ ਮਨੀ ਸਿੰਘ ਦੇ ਹੱਥ ਤੇ ਟੋਕਾ ਰੱਖਣ ਲੱਗੇ ਤੇ ਉਹ ਦੌੜ ਕੇ ਗਏ ਨਵਾਬ ਕੋਲ। ਕਹਿੰਦੇ ਨਵਾਬ ਬੜਾ ਕਹਿਰ ਹੋ ਜਾਏਗਾ, ਸ਼ਹਿਰ ਲਾਹੌਰ ਪੁੱਠਾ ਹੋ ਜਾਏਗਾ, ਬੜਾ ਜ਼ੁਲਮ ਹੋਏਗਾ, ਰੋਕ ਦੇ ਕੰਮ ਨੂੰ। ਬੜੇ ਜ਼ਬਰਦਸਤ ਸ਼ਬਦਾਂ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਹੁਣੇ ਰੋਕ ਦੇ। ਇਧਰ ਭਾਈ ਸਾਹਿਬ ਦੇ ਬੰਦ ਕੱਟਣੇ ਸ਼ੁਰੂ ਹੋ ਗਏ, ਉਧਰੋਂ ਨਵਾਬ ਨੇ ਹੁਕਮ ਦੇ ਦਿੱਤਾ ਵੀ ਬੰਦ ਕਰ ਦਿਓ, ਰੋਕ ਦਿਓ। ਪਰ ਜਦੋਂ ਉਹਨੂੰ ਹੁਕਮ ਆਇਆ ਉਹਨੇ ਜਿਹਨੂੰ ਭਾਈ ਸਾਹਿਬ ਸ਼ਹੀਦੀ ਪਾ ਗਏ। ਸੋ ਖਾਲਸਾ ਜੀ, ਐਸੀ ਹਸਤੀ ਸਨ ਭਾਈ ਮਨੀ ਸਿੰਘ ਜੀ ਵੀ ਹਿੰਦੂ ਮੁਸਲਮਾਨ ਸਭ ਪੈਸੇ ਲੈ ਕੇ ਆ ਗਏ ਵੀ ਇਹਨਾਂ ਨੂੰ ਛੱਡ ਦਿਓ। ਦੋਹਰਾ ਮਨੀ ਸਿੰਘ ਸੋ ਲੱਖ ਸਮੋ ਹੋਈ ਬਾਤ ਦੇ ਤੋੜ। ਭਾਈ ਮਨੀ ਸਿੰਘ ਜੀ ਨੇ ਸਮਾਂ ਵੇਖਿਆ ਵੀ ਉਹ ਪੰਥ ਖਾਲਸੇ ਦਾ ਬਚਨ ਪੂਰਾ ਹੋਣ ਦਾ ਸਮਾਂ ਆ ਗਿਆ, ਤੋੜ ਨਿਭੀਏ ਹੁਣ। ਸਿੱਖਣ ਬਚਨ ਸੋ ਕਿਮ ਟਲੈ ਕਰੋ ਯਤਨ ਜੋ ਕਰੋੜ। ਭਾਈ ਸਾਹਿਬ ਕਹਿਣ ਲੱਗੇ ਵੀ ਜਿੰਨੇ ਮਰਜ਼ੀ ਯਤਨ ਕਰ ਲਓ, ਜਿਹੜਾ ਪੰਥ ਦਾ ਬਚਨ ਹੈ ਉਹ ਪੂਰਾ ਹੋਣਾ ਹੈ। ਚੌਪਈ ਨਵਾਬ ਮਨੈ ਬਹੁ ਕ੍ਰੋਧੋ ਆਇਆ। ਨਵਾਬ ਬੜੇ ਗੁੱਸੇ ਵਿੱਚ ਆ ਗਿਆ। ਹੁਣ ਸਰਾਪ ਨੇ ਸਮੋ ਪੁਜਾਇਆ। ਇਧਰੋਂ ਭਾਈ ਸਾਹਿਬ ਨੂੰ ਜਿਹੜਾ ਪੰਥ ਵੱਲੋਂ ਸਰਾਪ ਹੋਇਆ ਸੀ ਉਹ ਸਮਾਂ ਪੂਰਾ ਹੋ ਗਿਆ। ਕਾਜੀ ਮੁੱਲਾਂ ਲਏ ਬੁਲਾਈ। ਕਾਜੀ ਮੁੱਲਾਂ ਬੁਲਾ ਲਏ ਫਿਰ ਜ਼ਕਰੀਏ ਨੇ। ਪੁੱਛਿਓ ਉਨ ਕੋ ਪਾਸ ਬਹਾਈ। ਕੋਲ ਬਹਾ ਕੇ ਕਾਜ਼ੀਆਂ ਨੂੰ ਪੁੱਛਦਾ ਸੂਬਾ। ਖਾਨ ਕਹਿਓ ਹੋ ਮੁਸਲਮਾਨ। ਕਾਜ਼ੀਆਂ ਨੂੰ ਪੁੱਛਿਆ ਵੀ ਕੀ ਸ਼ਰ੍ਹਾ ਕਹਿੰਦੀ ਹੈ। ਸਾਰਿਆਂ ਨੇ ਸਲਾਹ ਕਰਕੇ ਮਨੀ ਸਿੰਘ ਜੀ ਨੂੰ ਕਿਹਾ, ਮਨੀ ਸਿੰਘ ਜੀ ਮੁਸਲਮਾਨ ਬਣ ਜਾਓ, ਤਦ ਛੋੜਾਂਗੇ ਤੁਮਰੀ ਜਾਨ। ਅਸੀਂ ਤੇਰੀ ਜਾਨ ਮਾਫੀ ਕਰ ਦਿਆਂਗੇ, ਬਖਸ਼ ਦਿਆਂਗੇ, ਇਸਲਾਮ ਕਬੂਲ ਕਰ ਲੈ, ਸਾਰੇ ਗੁਨਾਹ ਮਾਫ ਹੋ ਜਾਣਗੇ। ਮਨ ਪਰਮੇਸ਼ਰ ਨਾਲ ਜੁੜਿਆ ਦੇਹ ਤੋਂ ਵਿਦੇਹ ਹੋ ਚੁੱਕੇ ਨੇ, ਕਿਉਂਕਿ ਗੁਰੂ ਦੀ ਬਾਣੀ 'ਚ ਸ਼ਕਤੀ ਹੈ ਵੀ ਬੰਦਾ ਆਪਣੇ ਆਪ ਨੂੰ ਆਪਣੇ ਸਰੀਰ ਤੋਂ ਵੱਖਰਾ ਸਮਝ ਲੈਂਦਾ, ਜਾਣ ਲੈਂਦਾ। ਉਹਨੂੰ ਇਹ ਸਮਝ ਆ ਜਾਂਦੀ ਵੀ ਇਹ ਬੋਲਣ ਵਾਲਾ ਭੌਰ ਕੋਈ ਹੋਰ ਹੈ ਤੇ ਇਹ ਜਿਹੜਾ ਮਿੱਟੀ ਦਾ ਭਾਂਡਾ ਇਹ ਹੋਰ ਹੈ। ਸਾਨੂੰ ਇਹ ਹੀ ਹੈ ਵੀ ਸਾਡਾ ਸਰੀਰ ਹੀ ਸਾਡਾ ਰੂਪ ਅਸੀਂ ਮੰਨੀ ਬੈਠੇ ਹਾਂ। ਬ੍ਰਹਮ ਗਿਆਨੀ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰ ਲੈਂਦੇ ਆ। ਭਾਈ ਸਾਹਿਬ ਮਨੀ ਸਿੰਘ ਜੀ ਬੈਠ ਗਏ ਔਰ ਬਾਣੀ ਦੇ ਜਾਪ ਵਿੱਚ ਸੁਰਤੀ ਜੋੜ ਲਈ। ਜਲਾਦ ਨੇ 4 ਜੋੜ ਮੰਨੇ, ਇੱਕ ਤਾਂ ਆ ਗੁੱਟ ਦਾ, ਇਹ ਕੋਹਣੀਆਂ ਦਾ, ਗਿੱਟੇ ਦਾ, ਗੋਡੇ ਦਾ। ਇਹ ਕਹਿੰਦੇ ਚਾਰ ਜਿਹੜੇ ਟੋਕਾ ਮਾਰਾਂਗਾ ਤੇ 4 ਟੋਟੇ ਕਰ ਦਿਆਂਗਾ। ਜਲਾਦ ਨੇ ਇਹ ਸੋਚ ਕੇ ਤਿਆਰੀ ਕੀਤੀ ਹੈ। ਬਾਹਾਂ ਟੰਗਾ ਕਰੋ ਜੁਦਾਈ। ਕਾਜੀ ਨੇ ਕਹਿਦਾ ਇਹਦੀਆਂ ਬਾਹਾਂ ਵੱਖਰੀਆਂ ਕਰ ਦਿਓ, ਲੱਤਾਂ ਵੱਖਰੀਆਂ ਕਰ ਦਿਓ, ਕੱਟ ਦਿਓ, ਜੁਦਾ ਕਰ ਦਿਓ। ਤਬ ਹੈ ਮਨੀ ਸਿੰਘ ਉਨ ਸੋ ਕਹੀ। ਜਲਾਦ ਆਪਸ ਚ ਗੱਲਾਂ ਕਰ ਰਹੇ ਨੇ ਵੀ ਕਿੱਥੋਂ ਸ਼ੁਰੂ ਕਰੀਏ। ਵੱਡਾ ਜਲਾਦ ਕਹਿੰਦਾ ਗੁੱਟ ਤੋਂ ਵੱਢਣਾ ਸ਼ੁਰੂ ਕਰੋ। ਜਦੋਂ ਜਲਾਦਾਂ ਦੀ ਇਹ ਗੱਲ ਸੁਣੀ ਤਾਂ ਭਾਈ ਸਾਹਿਬ ਮਨੀ ਸਿੰਘ ਜੀ ਬੋਲੇ, ਤੁਮ ਬੰਦ ਕੋ ਜਾਣਤ ਨਹੀਂ। ਭਾਈ ਸਾਹਿਬ ਜਲਾਦ ਨੂੰ ਕਹਿੰਦੇ ਆ, ਜਲਾਦ ਤੈਨੂੰ ਪਤਾ ਨਹੀਂ ਬੰਦ ਹੁੰਦੇ ਕੀ ਨੇ? ਤੁਮ ਬੰਦ ਕੋ ਜਾਣਤ ਨਹੀਂ, ਤੁਹਾਨੂੰ ਬੰਦਾਂ ਦਾ ਪਤਾ ਨਹੀਂ ਬੰਦ ਕਹਿੰਦੇ ਕਿਹਨੂੰ ਨੇ?
ਜੋੜ ਕਿਹਨੂੰ ਕਹਿੰਦੇ ਆ? ਸਰੀਰ ਦੇ ਕਿੰਨੇ ਜੋੜ ਹੁੰਦੇ ਆ? ਤੂੰ ਕਹਿੰਦਾ 4 ਬਾਹਾਂ ਦੇ 4 ਲੱਤਾਂ ਦੇ ਕੱਢ ਦਿਓ। ਤੈਨੂੰ ਇਹਦਾ ਮਤਲਬ ਆ ਵੀ ਬੰਦਾਂ ਬਾਰੇ ਜਾਣਕਾਰੀ ਨਹੀਂ ਹੈ। ਮੈਂ ਬੰਦ ਨਿਜ ਦਿਓ ਬਤਾਈ। ਮੈਂ ਬੰਦ ਕਟਵਾਉਣ ਆਇਆ, ਮੇਰੇ ਮਾਲਕ ਦਾ ਹੁਕਮ ਹੈ ਬੰਦ ਕਟਾਉਣ ਦਾ। ਔਰ ਤੇਰਾ ਮਾਲਕ, ਤੇਰੇ ਮਾਲਕ ਦਾ ਤੈਨੂੰ ਹੁਕਮ ਦੇ ਰਿਹਾ ਕਿ ਸਿੱਖ ਦੇ ਬੰਦ ਕੱਟਣੇ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਲਈ ਤਿਆਰ ਹਾਂ, ਤੂੰ ਕਿਉਂ ਆਪਣੇ ਮਾਲਕ ਦਾ ਹੁਕਮ ਅਦੂਲੀ ਕਿਉਂ ਕਰਦਾ? ਮੈਂ ਦੱਸਦਾ ਬੰਦ ਕੀ ਹੁੰਦੇ ਆ। ਭਾਈ ਮਨੀ ਸਿੰਘ ਆਪ ਦੱਸ ਰਹੇ ਹੈ ਵੀ ਬੰਦ ਉਹ ਨਹੀਂ ਜਿਹੜੇ ਤੂੰ ਸਮਝੀ ਬੈਠਾ ਵੀ ਗੁੱਟ ਤੇ ਮਾਰੋ, ਕੋਹਣੀ ਤੇ ਮਾਰੋ, ਮੋਢੇ ਤੇ ਬਾਹ ਲੈ ਗਈ। ਦੂਜਾ ਪਾਸਾ ਵੀ ਇਦਾਂ ਵੱਢ ਦਿਓ, ਫਿਰ ਖੱਬੀ ਲੱਤ ਸੱਜੀ ਲੱਤ ਇਦਾਂ ਵੱਢ ਦਿਓ ਤੇ ਕੰਮ ਖਤੇ ਹੋ ਜੇ। ਇਹ ਨਹੀਂ ਗੱਲ। ਕਹਿੰਦੇ ਮੈਂ ਦੱਸਾਂਗਾ ਵੀ ਬੰਦ ਕਹਿੰਦੇ ਕਿਹਨੂੰ ਨੇ। ਤੇ ਮੈਂ ਤੂੰ ਛੁਰੀ ਚਲਾਈ। ਭਾਈ ਸਾਹਿਬ ਕਹਿੰਦੇ ਜਿਵੇਂ ਮੈਂ ਰਾਤ ਬੰਦ ਰੱਖਾਂਗਾ, ਤੈਨੂੰ ਦੱਸਾਂਗਾ, ਤੂੰ ਉਸੇ ਤਰ੍ਹਾਂ ਟੋਕਾ ਚਲਾਣਾ, ਆਪਣੇ ਛੁਰੇ ਦਾ ਵਾਰ ਉਸੇ ਤਰ੍ਹਾਂ ਕਰਨਾ ਹੈ। ਪਹਿਲੇ ਉਂਗਲੀਆਂ ਪੋਟੇ ਕਟਾਏ। ਭਾਈ ਸਾਹਿਬ ਜੀ ਨੇ ਬਾਣੀ ਪੜ੍ਹਦਿਆਂ ਹੋਇਆ ਆਪਣੇ ਸੱਜੇ ਹੱਥ ਦੀ ਆ ਉਂਗਲ ਇਦਾਂ ਟੋਕੇ ਦੇ ਪੋਟੇ ਉੱਤੇ ਰੱਖ ਦਿੱਤੀ ਹੈ, ਮੁੱਢੀ ਦੇ ਉੱਤੇ। ਤੇ ਪਹਿਲਾ ਪੋਟਾ ਜਿਹੜਾ ਉਂਗਲ ਦਾ ਅਖੀਰ ਇਹ ਬੰਦ ਜਿਹੜਾ ਪਹਿਲਾ ਇਹ ਕੱਟਣਾ ਸ਼ੁਰੂ ਕੀਤਾ ਹੈ। ਫਿਰ ਮੱਧ ਗੰਢੋ ਬੰਦ ਛੁਡਾਏ। ਫਿਰ ਦੂਸਰਾ ਬੰਦ ਕੱਟਿਆ, ਫਿਰ ਤੀਸਰਾ, ਇਸ ਤਰ੍ਹਾਂ ਫਿਰ ਦੂਸਰੀ ਉਂਗਲ ਦੇ 3 ਜੋੜ ਕਟਵਾਏ, ਫਿਰ ਚੌਥੀ ਦੇ, ਫਿਰ ਪੰਜਵੀਂ ਦੇ, ਫਿਰ ਅੰਗੂਠਾ ਕਟਵਾਇਆ ਤੇ ਫਿਰ ਗੁੱਟ ਦੇ ਉੱਤੇ ਆਏ ਹਨ। ਫਿਰ ਉਂਗਲੀ 30 ਵਾਰ ਕਟਾਈ। ਪਹਿਲੀ ਉਂਗਲੀ ਦਾ ਪਹਿਲਾ ਬੰਦ, ਫਿਰ ਵਿਚਕਾਰਲਾ ਜਿਹੜਾ ਹੁੰਦਾ ਉਹ ਕਟਾ ਕੇ, ਫਿਰ ਪਿੱਛੋਂ ਬੰਦ ਕਟਾ ਕੇ, ਫਿਰ ਦੂਜੀ ਉਂਗਲੀ ਧਰ ਦਿੱਤੀ ਹੈ। ਤਿੰਨੇ ਉਂਗਲਾਂ ਨਾਲ ਉਸੇ ਤਰ੍ਹਾਂ ਹੀ ਕਟਵਾਈਆਂ ਨੇ। ਫਿਰ ਪਹੁੰਚੇ ਸੋ ਬੀਨੀ ਛੁਡਾਈ। ਫਿਰ ਪਹੁੰਚੇ ਨਾਲੋਂ ਆ ਜਿਹੜਾ ਪਹੁੰਚਾ ਕਹਿੰਦੇ ਆ ਗੁੱਟ ਨੂੰ, ਇਥੋਂ ਕਲਾਈ ਤੋਂ ਗੁੱਟ ਤੋਂ ਹੱਥ ਕਟਵਾਇਆ ਆਪਣਾ। ਚੰਡਾਲ ਚਾਹੇ ਫਿਰ ਮੋਢਿਓਂ ਲਹਾਈ। ਚੰਡਾਲ ਜਲਾਦ ਕਾਲਾ ਪੈ ਗਿਆ ਤੇ ਮੋਢਿਓਂ ਵੱਢਣਾ ਚਾਹੁੰਦਾ ਸੀਗਾ। ਮਣੀ ਸਿੰਘ ਦਈ ਕੋਹਣੀ ਅੜਾਈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਜਲਾਦ ਆਪਣੀ ਡਿਊਟੀ ਨੂੰ ਪੂਰਾ ਨਿਭਾ। ਕਿੱਥੇ ਚੱਲਿਆ? ਆ ਮੇਰੀ ਕੋਹਣੀ ਵੱਢ, ਪਹਿਲਾਂ ਕੋਹਣੀ ਅੜਾ ਦਿੱਤੀ, ਅੱਗੇ ਕਰ ਦਿੱਤੀ। ਕੋਹਣੀ ਕਟਾਏ ਫਿਰ ਮੋਢਿਓਂ ਲਹਾਈ। ਫਿਰ ਮੋਢਾ ਧਰ ਦਿੱਤਾ, ਇੱਥੇ ਮਾਰ ਮੇਰੇ ਮੋਢੇ ਦੇ ਉੱਤੇ। ਸੱਜੀ ਕਟਾਏ ਫਿਰ ਖੱਬੀ ਫੜਾਈ। ਸੱਜੀ ਬਾਹ ਨੂੰ ਏਦਾਂ ਸਾਧ ਸੰਗਤ ਜੀ ਕਟਾਇਆ। ਇੱਕ ਉਂਗਲੀ ਦੇ 3 ਜੋੜ, ਦੂਜੀ ਉਂਗਲੀ ਦੇ 3 ਜੋੜ, ਤੀਜੀ ਦੇ ਚੌਥੀ ਦੇ 12 ਜੋੜ ਕਰਕੇ ਫਿਰ ਅੰਗੂਠੇ ਦੇ 14 ਤੇ 15ਵਾਂ ਨੰਬਰ ਗੁੱਟ ਦਾ ਲਵਾਇਆ। 16ਵਾਂ ਕੋਹਣੀ ਦਾ ਤੇ 17ਵਾਂ ਮੋਢਾ ਕਟਵਾ ਕੇ ਖੱਬੀ ਬਾਹ ਅੱਗੇ ਕਰ ਦਿੱਤੀ, ਉਂਗਲ ਰੱਖ ਦਿੱਤੀ। ਤਿਮ ਹੀ ਪੋਟਿਓਂ ਬੰਦ ਕਟਾਇਓ। ਖੱਬੇ ਪਾਸਿਓਂ ਵੀ ਪੋਟਾ ਕਟਵਾਉਣਾ ਸ਼ੁਰੂ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੰਦ ਕਟਵਾ ਰਹੇ ਨੇ। ਗਾਠ ਉਂਗਲ ਗੂਠੋ ਵਢਾਇਓ। ਇਹਦਾ 3 ਜੋੜ ਪਹਿਲੀ ਦੇ, ਫਿਰ ਦੂਜੀ ਦੇ, ਫਿਰ ਤੀਜੀ ਦੇ, ਸਾਰੀਆਂ ਉਂਗਲਾਂ ਦੇ ਜੋੜ ਕਟਵਾ ਕੇ ਫਿਰ ਅੰਗੂਠਾ ਕਟਵਾਇਆ ਹੈ। ਦੋਹਰਾ ਸੱਜੀ ਜਿਮ ਖੱਬੀ ਕੱਟੀ ਤਾਉ ਦੀਨੋ ਚਰਨ ਚਲਾਏ। ਇਦਾਂ ਫਿਰ ਕੋਹਣੀ ਕਟਾਈ ਖੱਬੀ, ਫਿਰ ਮੋਢਾ ਕਟਾ ਕੇ ਜਿਵੇਂ ਸੱਜੀ ਬਾਹ ਕਟਵਾਈ ਸੀ ਖੱਬੀ ਕਟਵਾ ਕੇ ਤੇ ਫਿਰ ਸੱਜੀ ਲੱਤ ਦਾ ਪੈਰ ਦਾ ਅੰਗੂਠਾ ਰੱਖ ਦਿੱਤਾ। ਤਿਮ ਪੋਟੇ ਪੈਰਨ ਕੱਟੇ ਤਿੰਨ ਗਲਮੋ ਗੋਡੇ ਕਟਾਏ। ਪੈਰ ਦੇ ਪੋਟੇ ਕੱਟ ਕੇ ਗਿੱਟਾ ਕੱਟਿਆ ਤੇ ਫਿਰ ਗੋਡਾ ਕੱਟਿਆ ਤੇ ਫਿਰ ਪੱਟ ਦੇ ਕੋਲੋਂ ਚੂਲੇ ਤੋਂ ਵਾਰ ਕਰਵਾਇਆ। ਚਾਓ ਪਈ ਤਬ ਇੱਕ ਦੇਖਿਓ ਸੈਯਦ ਤਮਾਸ਼ਾ। ਇਹ ਤਮਾਸ਼ਾ ਇੱਕ ਸੈਯਦ ਮੁਸਲਮਾਨ ਫਕੀਰ ਉੱਥੇ ਫਿਰਦਾ ਸੀ ਲਾਹੌਰ ਦੇ ਵਿੱਚ। ਉਹਨੇ ਇਹ ਸੈਯਦ ਨੇ ਜਦੋਂ ਵੇਖਿਆ ਸੀਨ, ਵੇਖ ਚਰਿੱਤਰ ਵੱਢ ਗਇਓ ਸਾਸਾ। ਉਹਦਾ ਉੱਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ। ਉਹ ਸੈਯਦ ਹੱਕਾ ਬੱਕਾ ਹੋ ਗਿਆ। ਉਹ ਕਹਿਣ ਲੱਗਿਆ, ਮੈਂ ਸੁਣਿਆ ਮਨਸੂਰ ਸੂਲੀ ਤੇ ਚੜਿਆ ਸੀ, ਸੁਣਿਆ ਕਿ ਕੁਝ ਬੰਦੇ ਵਿਰਲੇ ਇਹੋ ਜਿਹੇ ਹੋਏ ਨੇ, ਪਰ ਇਹੋ ਜਿਹਾ ਕੰਮ ਤੇ ਉਹ ਵੀ ਨਹੀਂ ਕਰ ਸਕੇ। ਐਸੀ ਮਹਾਨ ਸ਼ਹਾਦਤ ਨੂੰ ਦੇਖ ਕੇ ਸੈਯਦ ਦੇ ਮੂੰਹ ਚੁੰਗਲਾਂ ਪੈ ਗਈਆਂ। ਜੋ ਇਸ ਮੁਖ ਤੇ ਨਿਕਸੇ ਵਾਕ। ਉਹ ਕਹਿਣ ਲੱਗਾ, ਯਾ ਖੁਦਾ, ਇਹ ਬੰਦਾ ਨਹੀਂ, ਇਹ ਖੁਦਾ ਦਾ ਹੀ ਰੂਪ ਹੈ। ਇਹਦੀ ਜ਼ੁਬਾਨ ਤੋਂ ਕੋਈ ਬਚਨ ਨਿਕਲ ਜਾਵੇ। ਜਾਵਗ ਸਤ ਵਲਾਇਤ ਤਾਕ। ਉਹ 7 ਮੁਲਕਾਂ ਨੂੰ ਟੱਪ ਕੇ ਲੰਘ ਜਾਏਗਾ। ਇਹਦਾ ਬਚਨ 7 ਮੁਲਕਾਂ ਨੂੰ ਵਿੰਨ ਕੇ ਲੰਘ ਜਾਏਗਾ। ਇਹਦਾ ਬਚਨ 7 ਸਮੁੰਦਰਾਂ ਨੂੰ ਚੀਰ ਦੇਵੇਗਾ। ਇਹ ਕੋਈ ਛੋਟੀ ਖੁਦਾਈ ਦਾ ਬੰਦਾ ਨਹੀਂ ਬੈਠਾ,
ਇਹ ਖੁਦ ਖੁਦਾ ਬੈਠਾ ਹੈ। ਇਕ ਧੰਦਲੀ ਥੋ ਸਿੱਧ ਕਹਾਇਓ, ਕਹਿੰਦੇ ਇੱਕ ਧੰਦਲੀ ਸਿੱਧ ਕੁਹਾਇਆ ਹੈ। ਤਿਸ ਕੋ ਚੇਲਾ ਕਿਸ਼ਕ ਅਕਾਇਓ, ਕਹਿੰਦੇ ਉਹਦੇ ਚੇਲੇ ਨੂੰ ਕੁਝ ਕੁ ਕਹਿੰਦੇ ਕਿਸੇ ਨੇ ਅਕਾਇਆ ਸੀ, ਦੁੱਖ ਦਿੱਤਾ ਸੀ ਤੇ ਉਹਨੇ ਕਿੱਡਾ ਵੱਡਾ ਉਪਦਰਵ ਕਰਤਾ ਸੀ। ਏਕ ਪਟਨਪੁਰ ਨਿਕਸਿਓ ਬੋਲ, ਕਹਿੰਦੇ ਉਹਦੇ ਬੋਲ ਦੇ ਨਾਲ ਸ਼ਹਿਰ ਉਜੜ ਗਏ ਸਨ। 18 ਗਰਕ ਗਏ ਇੱਕ ਤੋਲ, 18 ਸ਼ਹਿਰ ਗਰਕ ਕਰ ਦਿੱਤੇ ਸੀ ਇੱਕ ਸਿੱਧ ਦੇ ਬਚਨ ਨਾਲ। ਧੂ ਤੇ ਗਣ ਤਿੰਨ ਮਿਆਨ ਨਿਕਾਰੀ, ਇਹਨੇ ਨੂੰ ਸਾਧ ਸੰਗਤ ਜੀ ਤਲਵਾਰ ਮਿਆਨ ਚੋਂ ਜਲਾਦ ਨੇ ਕੱਢ ਲਈ। ਮਾਰ ਮਣੀ ਸਿੰਘ ਗਰੀਬ ਉਤਾਰੀ, ਆ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ, ਕਿਉਂਕਿ ਸਰੀਰ ਤਾਂ ਟੋਕੇ ਨਾਲ ਕੱਟਿਆ ਤੇ ਗਰਦਨ ਤੇ ਤਲਵਾਰ ਮਾਰ ਕੇ ਭਾਈ ਮਨੀ ਸਿੰਘ ਦਾ ਸੀਸ ਲਾਹ ਦਿੱਤਾ। ਸਿੰਘ ਜੀ ਮੁਖ ਗੁਰ ਪੜਤੋ ਬਾਣੀ, ਸੀਸ ਉਤਰਨ ਤੱਕ ਭਾਈ ਸਾਹਿਬ ਦੀ ਰਸਨਾ ਤੋਂ ਬਾਣੀ ਦਾ ਜਾਪ ਉਹੀ ਚੱਲ ਰਿਹਾ ਸੀ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ। ਨਹਿ ਕੁਛ ਪੀੜ ਦੇਹ ਉਨ ਜਾਨੀ, ਧੰਨ 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 ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇਹ ਤੋਂ ਵਿਦੇ ਹੋ ਚੁੱਕੇ ਸਨ। ਪੀੜ ਉਹਨਾਂ ਦੇ ਨੇੜੇ ਨਹੀਂ ਸੀ ਆ ਰਹੀ, ਕਿਉਂਕਿ ਪੀੜ ਤਾਂ ਹੁੰਦੀ ਜਿਹੜਾ ਆਪਣੇ ਆਪ ਨੂੰ ਸਰੀਰ ਸਮਝੇ। ਜਿਹੜਾ ਸਰੀਰ ਤੋਂ ਹੀ ਵੱਖਰਾ ਹੋ ਗਿਆ ਉਹਨੂੰ ਕੀ ਪੀੜ ਹੋਣੀ ਹੈ। ਧੰਨ ਭਾਈ ਮਨੀ ਸਿੰਘ ਸਾਹਿਬ ਜੀ। ਬਦੇਹ ਰੂਪ ਥੋ ਸਿੰਘ ਜੀ ਧਾਰਿਓ, ਭਾਈ ਸਾਹਿਬ ਮਨੀ ਸਿੰਘ ਜੀ ਦੇਹੀ ਗੁਪਤ ਵਿਦੇਹੀ ਦੀਸੈ, ਵਿਦੇ ਰੂਪ ਹੋ ਚੁੱਕੇ ਸਨ। ਮੁਖ ਸੋ ਸ਼ਬਦ ਬਦੇਹ ਉਚਾਰਿਓ, ਆਪ ਜੀ ਨੇ ਵਿਦੇਹੀਆਂ ਦੀ ਤਰ੍ਹਾਂ ਬਾਣੀ ਸ਼ਬਦ ਪੜ੍ਹੇ ਅਖੀਰਲੇ ਸਮੇਂ। ਪਾਠ ਸੁਖਮਣੀ ਮੁਖੋਂ ਉਚਰੈ, ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਉਸ ਵੇਲੇ ਜਦੋਂ ਆਪ ਜੀ ਦੇ ਸਰੀਰ ਦੇ ਬੰਦ ਕੱਢੇ ਜਾ ਰਹੇ ਸਨ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਇਹ ਪੰਕਤੀ ਆਈ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਪਾਠ ਉਸ ਵੇਲੇ ਚੱਲ ਰਿਹਾ ਸੀ ਜਦੋਂ ਭਾਈ ਸਾਹਿਬ ਦਾ ਸੀਸ ਉਤਰਿਆ। ਦੋਹਰਾ ਮਰਨ ਸਭਨ ਕੇ ਸੀਸ ਪੈ, ਸੁਫਲ ਮਰਨ ਹੈ ਤਾਹੀ। ਮਰਨਾ ਦੇ ਸਾਰਿਆਂ ਨੇ ਹੈ, ਜਿਸ ਨੇ ਸੰਸਾਰ ਵਿੱਚ ਜਨਮ ਲਿਆ ਹੈ, ਅੱਗੇ ਪਿੱਛੇ ਵਾਰੀ ਸਭ ਨੇ ਜਾਣਾ ਹੈ, ਪਰ ਮਰਨਾ ਸਫਲਾ ਕਿਹਦਾ ਹੈ? ਜਿਹੜਾ ਧਰਮ ਵਾਸਤੇ ਮਰ ਜਾਵੇ, ਨੇਕੀ ਤੇ ਪਰਉਪਕਾਰ ਵਾਸਤੇ ਮਰ ਜਾਵੇ। ਐਸੇ ਮਰਨੀ ਜੋ ਮਰੈ ਬਹੁ ਨਾ ਮਰਨਾ ਹੋਏ। ਹਾਂਜੀ। ਤਨਕ ਬਿਖੈ ਤਨ ਕੋ ਤਜੈ, ਪੀ ਸੋ ਪ੍ਰੀਤ ਬਨਾਹੀ। ਉਸ ਵਾਹਿਗੁਰੂ ਪਿਆਰੇ ਨਾਲ ਪ੍ਰੇਮ ਕਰਦਾ ਹੋਇਆ ਸੱਚ ਤੇ ਮਾਰਗ ਤੇ ਧਰਮ ਦੇ ਮਾਰਗ ਤੇ ਤੁਰਦਾ, ਨੇਕੀ ਪਰਉਪਕਾਰ ਦੇ ਰਾਹ ਤੇ ਤੁਰਦਾ ਇਹ ਸਰੀਰ ਨੂੰ ਤਿਆਗ ਦੇਵੇ, ਉਹਦਾ ਮਰਨਾ ਸਫਲ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ। ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਹੜੀ ਮੌਤ ਤੋਂ ਸੰਸਾਰ ਡਰਦਾ ਹੈ, ਜਿਸ ਮੌਤ ਦਾ ਨਾਂ ਲੈ ਕੇ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਹੈ, ਮੌਤ ਨੂੰ ਵੇਖ ਕੇ ਹਰ ਕੋਈ ਘਬਰਾਉਂਦਾ ਹੈ, ਮੌਤ ਤੋਂ ਹਰ ਕੋਈ ਡਰਦਾ ਹੈ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮੈਨੂੰ ਉਸ ਮੌਤ ਵੱਲ ਵੇਖ ਕੇ ਖੁਸ਼ੀ ਚੜ੍ਹਦੀ ਹੈ। ਮੇਰੇ ਵਾਸਤੇ ਉਹ ਮੌਤ ਮੇਰਾ ਜੀਵਨ ਦਾ ਸਭ ਤੋਂ ਵਧੀਆ ਅਨੁਭਵ ਹੈ, ਮੈਨੂੰ ਉਹਦਾ ਆਨੰਦ ਆਉਂਦਾ ਹੈ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਮਰਨ ਨਾਲ ਹੀ ਉਸ ਪਰਮਾਤਮਾ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਦੋਹਰਾ ਮਨਸੂਰ ਇਮ ਜਗ ਭਇਓ, ਕੱਟੇ ਹੱਥ ਇੱਕ ਸੱਟ। ਕਹਦੇ ਮਨਸੂਰ ਦਾ ਇੱਕ ਹੱਥ ਕੱਟਿਆ ਸੀ। ਮਨਸੂਰ ਦਾ ਹੱਥ ਕਿਵੇਂ ਕੱਟਿਆ ਸੀ? ਇੱਕੋ ਵਾਰ ਦੇ ਨਾਲ ਜਲਾਦ ਨੇ ਗੁੱਟ ਤੋਂ ਕੱਟਿਆ ਸੀ, ਪਰ ਦੁਨੀਆ 'ਚ ਮਨਸੂਰ ਹੋ ਗਿਆ ਕਿ ਮਨਸੂਰ ਨੇ ਆਪਣੇ ਹੱਥ ਆਪ ਕਟਵਾਏ ਸਨ। ਸਾਰੀ ਦੁਨੀਆ ਮਨਸੂਰ ਨੂੰ ਪੂਜਦੀ ਹੈ, ਮਨਸੂਰ ਨੂੰ ਮੰਨਦੀ ਹੈ। ਬਾਅਦ ਵਿੱਚ ਉਹਨੂੰ ਸੂਲੀ ਤੇ ਵੀ ਚਾੜਿਆ ਸੀ। ਉਹ ਲੰਮੀ ਕਥਾ ਮਨਸੂਰ ਦੀ, ਕਿਉਂਕਿ ਮਨਸੂਰ ਵੀ ਇੱਕ ਪਵਿੱਤਰ ਆਤਮਾ ਮਹਾਪੁਰਸ਼ ਹੋਇਆ। ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਮਨਸੂਰ ਦੇ 3 ਜਨਮ ਮੰਨੇ ਹਨ। ਪਹਿਲਾ ਮਨਸੂਰ ਹੋ ਕੇ ਸੂਲੀ ਚੜਿਆ, ਦੂਜੇ ਜਨਮ ਵਿੱਚ ਸਮਝ ਤਵਰੇਜ ਬਣ ਕੇ ਉਹ ਫਕੀਰ ਦੇ ਰੂਪ ਵਿੱਚ ਵਿਚਰਿਆ। ਉਹੀ ਆਵਾਜ਼ ਜਿਹੜੀ ਉਹ ਕਹਿੰਦਾ ਹੁੰਦਾ ਸੀ ਨਾ, ਅਨਲ ਹੱਕ ਅਨਲ ਹੱਕ ਅਨਲ ਹੱਕ, ਮਨਸੂਰ ਦਾ ਇਹ ਬੋਲਾ ਸੀ, ਅਨਲ ਹੱਕ, ਕਿ ਮੈਂ ਪਰਮਾਤਮਾ ਆ, ਮੈਂ ਖੁਦਾ ਆ, ਮੈਂ ਉਹ ਹੀ ਆ ਜਿਹੜਾ ਜਿਸ ਨੂੰ ਦੁਨੀਆ ਲੱਭਦੀ ਉਹ ਮੈਂ ਆ।
ਆਪਣੇ ਅੰਦਰ ਪ੍ਰਮਾਤਮਾ ਦੀ ਜੋਤ ਨੂੰ ਦੇਖਿਆ ਸੀ ਉਸ ਮਹਾਪੁਰਸ਼ ਨੇ, ਤੇ ਉਹ ਅਨਲ ਹੱਕ ਦੀ ਬੋਲੀ ਸਮਝ ਤਬਰੇਜ਼ ਵੀ ਬੋਲਿਆ ਕਰਦਾ ਸੀ। ਤੇ ਸਮਝ ਤਬਰੇਜ਼ ਨੂੰ ਮੌਕੇ ਦੀ ਸਰਕਾਰ ਨੇ, ਬਾਦਸ਼ਾਹ ਨੇ ਉਹਦੀ ਖੱਲ ਉਤਾਰ ਦਿੱਤੀ ਜਿਉਂਦੇ ਦੀ। ਤੇ ਉਹਦੀ ਜਦੋਂ ਮੌਤ ਹੋਈ ਉਸ ਤੋਂ ਬਾਅਦ ਤੀਸਰਾ ਜਨਮ ਸ਼ਰਮਦ ਨਾਮ ਦਾ ਫਕੀਰ ਦਿੱਲੀ ਦੇ ਔਰੰਗਜ਼ੇਬ ਦੇ ਸਮੇਂ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ। ਔਰੰਗਜ਼ੇਬ ਨੇ ਉਸ ਨੂੰ ਕਤਲ ਕਰਵਾਇਆ। ਉਹ ਵੀ ਇਹ ਕਹਿੰਦਾ ਸੀ ਖੁਦਾ ਮੇਰੇ ਅੰਦਰ ਹੈ, ਮੈਂ ਖੁਦਾ ਦੇ ਅੰਦਰ ਹਾਂ, ਖੁਦਾ ਜਾਤ ਹੈ। ਸੋ ਐਸੀ ਹਸਤੀਆਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਲਾਹੌਰ ਦੇ ਲੋਕ ਉਂਗਲਾਂ ਪਾ ਕੇ ਮੂੰਹ 'ਚ ਦੇਖਦੇ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ। ਉਹ ਲੋਕ ਕਹਿੰਦੇ ਵੀ ਦੇਖੋ ਮਨਸੂਰ ਦੀ ਤਾਂ ਗੱਲ ਸੁਣੀ ਹੈ ਵੀ ਉਹਨੇ ਆਪਣਾ ਹੱਥ ਕਟਵਾ ਲਿਆ ਸੀ। ਮਨੀ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਾਇਓ ਕੱਪ। ਮਨਸੂਰ ਨੇ ਇੱਕ ਵਾਰ ਸਿਆ ਸੀ ਆਪਣੇ ਗੁੱਟ ਦੇ ਉੱਤੇ, ਇੱਕ ਟੋਕਾ ਸਿਆ ਸੀਗਾ। ਮਨੀ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਵਾਰ ਸਹੇ। ਇੱਕੋ ਬਾਂਹ ਦੇ ਵਾਸਤੇ 19-20 ਵਾਰ ਹੋ ਗਏ, ਦੂਜੇ ਪਾਸੇ ਵੀ 19-20 ਵਾਰ ਹੋ ਗਏ। ਇੰਨੇ ਹੀ ਪੈਰਾਂ ਤੇ ਲੱਤਾਂ ਤੇ ਹੋਏ। ਜਿਸ ਮਨੀ ਸਿੰਘ ਨੇ 70-80 ਵਾਰ ਟੋਕੇ ਦੇ ਸਹੇ ਹਨ ਆਪਣੇ ਸਰੀਰ ਤੇ, ਉਹ ਕਿੱਡਾ ਵੱਡਾ ਮਨਸੂਰ ਬਣ ਗਿਆ ਹੈ। ਸੂਲੀ ਰੇਖ ਰਖ ਦੇਹ ਕੋ, ਮਦ ਸੂਲੀ ਦੇਹ ਫਿਰਾਏ। ਇਹ ਬੜੀ ਪੁਰਾਣੀ ਕਥਾ ਮਹਾਭਾਰਤ ਦੀ ਹੈ ਕਿ ਇੱਕ ਵਾਰੀ ਇੱਕ ਮਹਾਪੁਰਸ਼ ਰਿਸ਼ੀ ਨੂੰ ਸੂਲੀ ਤੇ ਟੰਗ ਦਿੱਤਾ ਸੀਗਾ, ਤੇ ਉਹਦੀ ਦੇਹ ਜਿਹੜੀ ਹੈ ਸੂਲੀ ਤੇ ਕਈ ਦਿਨ ਟੰਗੀ ਰਹੀ ਸੀ, ਬਹੁਤ ਲੰਮਾ ਸਮਾਂ। ਹਾਂਜੀ, ਸੋਈ ਦੇਹ ਇਨ ਨਾ ਰੱਖੀ, ਇਮ ਮਨੀ ਸਿੰਘ ਅਦਕਾਏ। ਇਹ ਭਾਈ ਮਨੀ ਸਿੰਘ ਜੀ ਹਨ, ਉਸ ਰਿਸ਼ੀ ਤੋਂ ਵੀ ਵੱਧ ਕੇ ਕਸ਼ਟ ਸਹਿ ਕੇ ਸ਼ਹੀਦੀ ਪਾ ਗਏ ਨੇ। ਮਨੀ ਸਿੰਘ ਦੇ ਬਰਾਬਰ ਦਾ ਕੋਈ ਸ਼ਹੀਦ ਸੰਸਾਰ 'ਚ ਨਹੀਂ ਹੋਇਆ, ਇਤਨੀ ਮਹਾਨ ਸ਼ਹੀਦੀ ਪਾਈ ਹੈ। ਚਾਉ ਪਈ ਸੀਸ ਭਇਓ ਤਬ ਧੜ ਤੇ ਦੂਰ। ਹੁਣ ਜਲਾਦ ਨੇ ਤਲਵਾਰ ਮਾਰ ਕੇ ਅਖੀਰਲਾ ਬੰਦ ਕੱਟ ਦਿੱਤਾ ਗਰਦਨ ਦਾ, ਗਰਦਨ ਉਤਾਰ ਦਿੱਤੀ, ਸੀਸ ਉਤਾਰ ਦਿੱਤਾ, ਧੜ ਤੋਂ ਵੱਖਰਾ ਕਰ ਦਿੱਤਾ। ਰਹੀ ਸਿੱਖੀ ਸਿੰਘ ਸਾਬਤ ਸੂਰ। ਜਿਹੜੀ ਅਰਦਾਸ ਮਨੀ ਸਿੰਘ ਨੇ ਕਰਵਾਈ ਸੀ ਕਿ ਜਦੋਂ ਮੇਰੇ ਬੰਦ ਕੱਟੇ ਜਾਣ ਮੇਰੀ ਸਿੱਖੀ ਸਾਬਤ ਰਹਿ ਜਾਵੇ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਦੀ ਕਿਰਪਾ ਨਾਲ ਉਹ ਸਿਦਕ ਨਿਭਾ ਗਏ ਹਨ। ਹੈ ਕਾਰ ਜਗਤ ਮੈਂ ਭਇਓ। ਉਸ ਵੇਲੇ ਸਾਰੇ ਸੰਸਾਰ ਜਹਾਕਾਰ ਮਚ ਗਈ ਹੈ। ਭਾਈ ਸਾਹਿਬ ਮਨੀ ਸਿੰਘ ਜੈਸਾ ਸੰਤ ਵੀ ਸ਼ਹੀਦ ਕਰ ਦਿੱਤਾ। ਇਹ ਜ਼ਾਲਮਾਂ ਦੀ ਸਰਕਾਰ ਗਰਕ ਹੋ ਜਾਏਗੀ, ਇਹ ਲਾਹੌਰ ਦਰਬਾਰ ਬਰਬਾਦ ਹੋ ਜਾਏਗਾ, ਇਹ ਮੁਲਕ ਹੀ ਉਜੜ ਜਾਏਗਾ। ਦੁਨੀਆ ਦੇ ਮਹਾਪੁਰਸ਼ ਫਕੀਰ ਸਾਧੂ ਗਰੀਬ ਗੁਰਬੇ ਦੇ ਮੂੰਹ ਤੋਂ ਇੱਕੋ ਹੀ ਆਵਾਜ਼ ਆ ਰਹੀ ਸੀ, ਹੈ ਐਡਾ ਵੱਡਾ ਪਾਪ ਕੀਤਾ, ਐਡੇ ਵੱਡੇ ਮਹਾਪੁਰਸ਼ ਨੂੰ ਬੰਦ ਕੱਟ ਕੇ ਮਾਰ ਦਿੱਤਾ। ਇਸ ਗੱਲ ਨਾਲ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਕੰਬ ਗਿਆ। ਹਾਂਜੀ, ਜੈ ਜੈਕਾਰ ਸਿੱਖਣ ਮਨ ਠਇਓ। ਪਰ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਨੇ ਹਾਹਾਕਾਰ ਨਹੀਂ ਕੀਤੀ, ਉਹਨਾਂ ਨੇ ਜੈ ਜੈਕਾਰ ਕੀਤੀ। ਭਾਈ ਮਨੀ ਸਿੰਘ ਜੀ ਤੁਹਾਡੀ ਜੈ ਹੋਵੇ, ਹਰ ਮੈਦਾਨ ਤੁਹਾਡੀ ਜੈ ਹੋਵੇ। ਤੁਸੀਂ ਲੋਕ ਪਰਲੋਕ ਵਿੱਚ ਅਮਰ ਹੋ ਗਏ ਹੋ, ਤੁਹਾਡੀ ਸ਼ਹੀਦੀ ਨੇ ਸਿੱਖੀ ਦਾ ਬੀਜ ਰੱਖ ਲਿਆ ਹੈ। ਹਾਂਜੀ, ਸਾਬਤ ਸਿੱਖੀ ਸਿੱਖ ਕੀ ਰਹੀ। ਸਿੱਖੀ ਰਹਿ ਗਈ ਸਾਬਤ। ਦੇਹ ਤਾਂ ਜਾਣੀ ਸੀ, ਦੇਹ ਤਾਂ ਕਿਸੇ ਦੀ ਨਹੀਂ ਰਹੀ ਨਾ। ਕੋਈ ਕਿੰਨਾ ਚਿਰ ਜੀ ਲੇਗਾ, ਰੱਜ ਨਾ ਕੋਈ ਜੀਵਿਆ ਊੜੇ ਪ੍ਰਵਾਸੇ। 100 ਸਾਲ ਤੋਂ ਵੱਧ ਤੇ ਕਿਸੇ ਨੇ ਜੀਣਾ ਹੀ ਕੋਈ ਨਹੀਂ। ਜੇ 2-4 ਸਾਲ ਵੱਧ ਹੋਰ ਜੀ ਲਵੇਗਾ ਫੇਰ ਵੀ ਮਰਨਾ ਹੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਜੇ 100 ਵਰਿਆ ਜੀਵਣਾ ਵੀ ਤਨ ਹੋਸੀ ਖੇ। 100 ਵਰੇ ਜੀ ਕੇ ਫੇਰ ਵੀ ਮਰਨਾ ਹੀ ਮਰਨਾ। ਤੇ ਭਾਈ ਸਾਹਿਬ ਮਨੀ ਸਿੰਘ ਜੀ ਸਿੱਖੀ ਸਿਦਕ ਨਿਭਾ ਗਏ ਹਨ। ਸਰਾਪ ਸਿੱਖਣ ਕੋ ਤਾਉ ਭਇਓ ਸਹੀ। ਜੋ ਖਾਲਸੇ ਪੰਥ ਵੱਲੋਂ ਬਚਨ ਹੋਇਆ ਸੀ ਕਿ ਤੇਰੇ ਬੰਦ ਕੱਟੇ ਜਾਣਗੇ, ਉਹ ਵਚਨ ਵੀ ਪੂਰਾ ਕਰ ਗਏ। ਭਇਓ ਸ਼ਹੀਦਨ ਮੈਂ ਸਰਦਾਰ। ਸੱਚਖੰਡ ਦੇ ਵਿੱਚ ਸ਼ਹੀਦਾਂ ਦਾ ਜਿੱਥੇ ਆਸਣ ਹੈ, ਉੱਥੇ ਸਾਰੇ ਸ਼ਹੀਦਾਂ ਦੇ ਸਰਦਾਰ ਸ਼੍ਰੋਮਣੀ ਭਾਈ ਮਨੀ ਸਿੰਘ ਸਾਹਿਬ ਜੀ ਬਣੇ ਹਨ। ਸਾਹਿਬ ਜਾਦਨ ਢਿਗ ਡਿਉੜੀਦਾਰ। ਜਿੱਥੇ ਸਾਹਿਬਜ਼ਾਦਿਆਂ ਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਆਸਣ ਹੈ ਸੱਚਖੰਡ ਵਿੱਚ।
ਉਸ ਡਿਊਟੀ ਦੇ ਮੁਖੀ ਜਰਨੈਲ ਭਾਈ ਮਨੀ ਸਿੰਘ ਜੀ ਹਨ। ਡਿਊਟੀਦਾਰ ਜਿੱਥੇ ਸਾਹਿਬਜ਼ਾਦਿਆਂ ਦੀ ਆਤਮਾ ਬਿਰਾਜਮਾਨ ਹੈ ਸੱਚਖੰਡ ਵਿੱਚ, ਸਭ ਤੋਂ ਉੱਪਰ ਸ਼ਹੀਦਾਂ ਦੇ ਵਿੱਚ, ਉੱਥੇ ਭਾਈ ਸਾਹਿਬ ਮਨੀ ਸਿੰਘ ਜੀ ਡਿਊਟੀ ਬਰਦਾਰ ਹਨ। ਮਨੀ ਸਿੰਘ ਯੋ ਸਾਕੋ ਕੀਓ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਸਾਕਾ ਕੀਤਾ, ਮਹਾਨ ਸ਼ਹਾਦਤ ਦਾ ਸੰਗਮ ਪੀਤਾ ਹੈ। ਸਹੀ 1794 ਸਾਧ ਸੰਗਤ ਜੀ 1794 ਬਿਕਰਮੀ ਦੇ ਵਿੱਚ ਇਹ ਭਾਣਾ ਵਰਤਿਆ ਹੈ। ਰਤਨ ਸਿੰਘ ਸੁਨ ਸਾਖੀ ਲਿਖੀ। ਭਾਈ ਰਤਨ ਸਿੰਘ ਜੀ ਕਹਿੰਦੇ ਆ ਇਹ ਇਤਿਹਾਸ ਮੇਰੀ ਮਾਤਾ ਨੇ, ਮੇਰੇ ਨਾਨੇ ਨੇ ਮੈਨੂੰ ਸੁਣਾਇਆ, ਜੋ ਉਸ ਵੇਲੇ ਜਿਉਂਦਾ ਸੀ, ਸ਼ਾਮ ਸਿੰਘ ਨਾਰਲੇ ਵਾਲਾ ਪੁਰਾਣਾ ਜਰਨੈਲ ਹੋਇਆ। ਜੋ ਮੈਂ ਆਪਣੇ ਬਜ਼ੁਰਗਾਂ ਤੋਂ ਭਾਈ ਮਨੀ ਸਿੰਘ ਦੇ ਸਮੇਂ ਦੀਆਂ ਗੱਲਾਂ ਸੁਣੀਆਂ, ਉਹ ਲਿਖ ਦਿੱਤੀਆਂ ਪੰਥ ਪ੍ਰਕਾਸ਼ ਵਿੱਚ। ਪਿਤਾ ਹਮਾਰੇ ਕਹੀ ਸੀ ਪਿਖੀ। ਮੇਰੇ ਪਿਤਾ ਜੀ ਨੇ ਵੀ ਇਹ ਗੱਲ ਸੁਣੀ ਸੀ, ਕਿਉਂਕਿ ਉਦੋਂ ਪਿਤਾ ਜੀ ਬਹੁਤ ਛੋਟੇ ਸਨ। ਨਾਨਾ ਜੀ ਨੇ ਦੱਸੀ ਤੇ ਪਿਤਾ ਜੀ ਨੇ ਦੱਸੀ, ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਖਾਲਸਾ ਜੀ। ਕਬਿਤ ਸਿੱਖਨ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਮੂਚੋ। ਆਹਾ ਭਾਈ ਮਨੀ ਸਿੰਘ ਸਿੱਖਨ ਮੈਂ ਸਿੱਖ ਉੱਚੋ, ਸਿੱਖਾਂ ਜੋ ਸ਼੍ਰੋਮਣੀ ਸਿੱਖ ਹੋਇਆ। 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਨੇ, ਉਸੇ ਸਾਲ ਭਾਈ ਮਨੀ ਸਿੰਘ ਦਾ ਜਨਮ ਹੋਇਆ ਸੀ। ਗੁਰੂ ਹਰਿਰਾਏ ਸਾਹਿਬ ਦੇ ਸਮੇਂ 17 ਸਾਲ ਗੁਰੂ ਹਰਿਰਾਏ ਸਾਹਿਬ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 3 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 11 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 33 ਸਾਲ 10ਵੇਂ ਪਾਤਸ਼ਾਹ ਗੱਦੀ ਤੇ ਰਹੇ, ਤੇ ਉਹਨਾਂ ਤੋਂ ਬਾਅਦ ਵੀ ਲਗਭਗ 25 ਸਾਲ ਭਾਈ ਮਨੀ ਸਿੰਘ ਪੰਥ ਦੀ ਅਗਵਾਈ ਕਰ ਗਏ। ਐਸੇ ਮਹਾਪੁਰਸ਼ 90 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ। ਸਿੱਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ। ਸਿੱਖੀ ਦੀ ਨਿਆਈ ਕਹਿੰਦੇ ਨੀਂਹ ਨੂੰ, ਬੁਨਿਆਦ। ਜਿਵੇਂ ਕਿਸੇ ਮਕਾਨ ਦੀ ਬੇਸਮੈਂਟ ਜ਼ਰੂਰੀ ਹੈ ਨਾ, ਜੇ ਬੇਸਮੈਂਟ ਜਿਹੜੀ ਮਜਬੂਰ ਬਣੀ ਹੋਵੇ, ਨੀਂਹ ਥੱਲੇ ਪੱਕੀ ਹੋਵੇ, ਉੱਪਰ ਜਿੱਡਾ ਮਰਜੀ ਵੱਡਾ ਮਕਾਨ ਬਣਾ ਲਓ, ਜੇ ਨੀਂਹ ਕਮਜ਼ੋਰ ਹੋਵੇ ਮਕਾਨ ਬਣ ਹੀ ਨਹੀਂ ਸਕਦਾ ਉੱਤੇ। ਭਾਈ ਮਨੀ ਸਿੰਘ ਜੀ ਸਿੱਖੀ ਦੀ ਨੀਂਹ ਹਨ, ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਏਡਾ ਵੱਡਾ ਸਾਕਾ ਕੀਤਾ ਹੈ। ਜਗਤ ਮੈਂ ਜੈਕਾਰ ਭਇਓ, ਧਰਮ ਅਰਥ ਦੇਹ ਦਇਓ। ਜਗਤ ਵਿੱਚ ਜੈ ਜੈਕਾਰ ਹੋਈ ਹੈ ਭਾਈ ਮਨੀ ਸਿੰਘ ਦੀ, ਅੱਜ ਵੀ ਹੋ ਰਹੀ ਹੈ। ਹਰ ਸਾਲ ਦੀਵਾਲੀ ਤੇ ਜਿੱਥੇ ਵੀ ਕੋਈ ਢਾਡੀ ਸਿੰਘ ਇਤਿਹਾਸ ਸੁਣਾਉਂਦੇ, ਭਾਈ ਮਨੀ ਸਿੰਘ ਦਾ ਜ਼ਰੂਰ ਸੁਣਾਉਂਦੇ। ਹਰ ਸਾਲ ਦੀਵਾਲੀ ਤੇ ਅੰਮ੍ਰਿਤਸਰ ਜਦੋਂ ਜਾਈਦਾ, ਉੱਥੇ ਭਾਈ ਮਨੀ ਸਿੰਘ ਨੂੰ ਯਾਦ ਜ਼ਰੂਰ ਕਰੀਦਾ। ਹਰ ਗੁਰਦੁਆਰੇ ਵਿੱਚ ਦੀਵਾਲੀ ਤੇ ਤਾਂ ਭਾਈ ਮਨੀ ਸਿੰਘ ਦੀ ਕਥਾ ਜ਼ਰੂਰ ਹੀ ਹੁੰਦੀ ਹੈ ਨਾ, ਕਥਾਵਾਚਕ ਵੀ ਕਰਦੇ ਆ। ਉੱਦਾਂ ਵੀ ਗੁਰਦੁਆਰਿਆਂ ਵਿੱਚ ਰਾਗੀ ਸਿੰਘ, ਢਾਡੀ ਸਿੰਘ ਪ੍ਰਚਾਰ ਕਰਦੇ ਰਹਿੰਦੇ ਭਾਈ ਮਨੀ ਸਿੰਘ ਦਾ। ਅੱਜ ਵੀ ਹੋ ਰਿਹਾ ਤੇ ਹੁੰਦਾ ਹੀ ਰਹਿਣਾ, ਰਹਿੰਦੀ ਦੁਨੀਆ ਤੱਕ। ਹਾਂਜੀ। ਸਿਦਕ ਸੋ ਕਟਾਇਓ ਹੀਓ, ਨਾ ਮਾਨੀ ਕਛੂ ਸੰਕ ਜੀ। ਸਿਦਕ ਦੇ ਨਾਲ ਸਰੀਰ ਕਟਾ ਲਿਆ, ਸ਼ੰਕਾ ਨਹੀਂ ਕੀਤਾ ਮਨ ਵਿੱਚ ਮਰਨ ਦਾ, ਜੀਵਨ ਦਾ। ਮਰਨ ਜੀਵਨ ਕੀ ਸ਼ੰਕਾ ਨਾਸੀ, ਐਸੀ ਅਵਸਥਾ ਦੇ ਮਾਲਕ ਸਨ। ਸਿੱਖ ਸੋ ਪ੍ਰਸੰਨ ਭਏ, ਦੁਸ਼ਟ ਸਭ ਭ੍ਰਿਸ਼ਟ ਭਏ। ਗੁਰੂ ਕੇ ਸਿੱਖ ਬੜੇ ਪ੍ਰਸੰਨ ਹੋਏ। ਖਾਲਸੇ ਪੰਥ ਦੀਆਂ ਵੀ ਭਾਈ ਮਨੀ ਸਿੰਘ ਦੇ ਬੜੀਆਂ ਖੁਸ਼ੀਆਂ ਹੋਈਆਂ। ਸਾਰੇ ਪੰਥ ਨੇ ਆਖਿਆ ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ। ਸਿੱਖ ਬੜੇ ਪ੍ਰਸੰਨ ਹੋਏ। ਦੁਸ਼ਟ ਭ੍ਰਿਸ਼ਟ ਭਏ, ਜਿਹੜੇ ਪਾਪੀ ਸੀਗੇ, ਦੁਸ਼ਟ ਖਾਲਸੇ ਪੰਥ ਨਾਲ ਈਰਖਾ ਰੱਖਣ ਵਾਲੇ, ਉਹ ਭ੍ਰਿਸ਼ਟ ਹੋ ਗਏ, ਖਤਮ ਹੋ ਗਏ। ਉਹਨਾਂ ਦੀ ਜੜ ਪੁੱਟੀ ਗਈ। ਤੁਰਕਾਂ ਦਾ ਰਾਜ, ਜ਼ਾਲਮਾਂ ਦਾ ਰਾਜ, ਜ਼ੁਲਮ ਕਰਕੇ, ਪਾਪ ਕਰਕੇ ਨਸ਼ਟ ਹੋ ਗਿਆ। ਗਿਆਨ ਕੀ ਖੜਗ ਸੋ ਮਾਰੇ ਚੌਰੰਗ ਜੀ। ਭਾਈ ਮਨੀ ਸਿੰਘ ਜੀ ਨੇ ਗਿਆਨ ਦੇ ਖੰਡੇ ਨਾਲ ਹੀ ਮਾਰ ਦਿੱਤੇ। ਗਿਆਨ ਕੀ ਖੜਗ ਸੇ, ਗਿਆਨ ਹੈ ਕਿ ਵੱਢਣੀ ਮਨੋ ਹੱਥ ਲੈ, ਕਾਤਰਤਾ ਕੋ ਤਵਾਰ ਬਹਾਰ ਹੈ। ਕਾਇਰਤਾ ਨੂੰ ਕੱਢ ਕੇ ਭਾਈ ਮਨੀ ਸਿੰਘ ਹਰ ਮੈਦਾਨ ਫਤਿਹ ਪਾ ਗਏ। ਗੁਰ ਸਿੱਖ ਕਹਾਵੈ ਜੋ ਕਰਨੀ ਯਹ ਕਮਾਵੈ ਸੋ। ਜਿਹੜਾ ਗੁਰਸਿੱਖ ਕਹਾਂਦਾ ਹੈ ਉਹਦੀ ਇਹ ਕਰਨੀ ਹੁੰਦੀ ਹੈ। ਮਨੀ ਸਿੰਘ ਤੁਲ ਭਇਓ, ਕੋ ਰਾਣਾ ਆਉ ਨਾ ਰੰਕ ਜੀ। ਭਾਈ ਮਨੀ ਸਿੰਘ ਦੇ ਬਰਾਬਰ ਨਾ ਕੋਈ ਰਾਜਾ, ਨਾ ਕੋਈ ਭਿਖਾਰੀ।
ਦੁਨੀਆ ਵਿੱਚ ਕੋਈ ਵੀ ਆਦਮੀ ਗਰੀਬ ਅਮੀਰ ਬੜੇ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਲੋਕ ਪਹਿਲਾਂ ਵੀ ਹੋਏ, ਬਾਅਦ 'ਚ ਵੀ ਹੋਏ, ਹੁਣ ਵੀ ਹਨ, ਅੱਗੇ ਵੀ ਹੋਣਗੇ, ਪਰ ਮਨੀ ਸਿੰਘ ਦੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਦੋਹਰਾ ਮਨੀ ਸਿੰਘ ਮਰਨ ਮਾਂਡਿਓ, ਸਿੱਖਣ ਸਰਾਪ ਪਛਾਨ। ਭਾਈ ਮਨੀ ਸਿੰਘ ਜੀ ਮਰਨਾ ਮੰਡ ਲਿਆ। ਗੁਰੂ ਪੰਥ ਖਾਲਸੇ ਦਾ ਸਰਾਪ ਸੀਗਾ ਵੀ ਤੇਰੇ ਬੰਦ ਕੱਟੇ ਜਾਣਗੇ, ਉਹਨੂੰ ਵਰ ਰੂਪ ਜਾਣ ਕੇ ਸਿੱਖੀ ਨਿਭਾ ਗਏ। ਚੌਂਕ ਨਿਕਾਸ ਲਾਹੌਰ ਮੈਂ, ਚੱਲਿਓ ਬਜਾਏ ਨਿਸ਼ਾਨ। ਭਾਈ ਸਾਹਿਬ ਜੀ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ ਬੈਠੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਨਗਾਰਾ ਵਜਾ ਕੇ ਗਏ ਸੰਸਾਰ ਦੇ ਵਿੱਚ। ਨਗਾਰਾ ਮੈਨੇ ਡੰਕੇ ਦੀ ਚੋਟ ਤੇ ਸ਼ਹੀਦੀ ਪਾ ਗਏ। ਉਹਨਾਂ ਦੇ ਨਗਾਰੇ ਵੱਜ ਰਹੇ ਨੇ, ਗੁਰਦੁਆਰਿਆਂ ਵਿੱਚ ਨਿਸ਼ਾਨ ਝੂਲ ਰਹੇ ਨੇ। ਔਰ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਦਾ ਸ਼ਹੀਦਗੰਜ ਅੱਜ ਵੀ ਮੌਜੂਦ ਹੈ, ਭਾਵੇਂ ਪਾਕਿਸਤਾਨ ਬਣ ਗਿਆ, ਗੁਰਦੁਆਰਾ ਅੱਜ ਵੀ ਹੈ ਉੱਥੇ, ਸ਼ਹੀਦਗੰਜ ਭਾਈ ਮਨੀ ਸਿੰਘ ਜੀ ਦਾ। ਹਾਂਜੀ। ਦੋਹਰਾ ਮਨੀ ਸਿੰਘ ਕੇ ਸਾਥ ਜੋ, ਫੜੇ ਸਿੰਘ ਥੇ ਔਰ। ਜਿਹੜੇ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦਾ ਪੁੱਤਰ ਚਿੱਤਰ ਸਿੰਘ ਫੜਿਆ ਸੀ, ਗੁਲਜ਼ਾਰ ਸਿੰਘ ਫੜਿਆ ਸੀ, ਹੋਰ ਵੀ ਕਈ 7-8 ਸਿੰਘ ਫੜੇ ਸਨ। ਮਾਰੇ ਚਰਖ ਚੜਾਏ ਕੈ, ਚੌਂਕ ਨਿਕਾਸ ਲਾਹੌਰ। ਉਹਨਾਂ ਨੂੰ ਨਿਕਾਸ ਚੌਂਕ ਦੇ ਵਿੱਚ ਚਰਖੜੀਆਂ ਤੇ ਚਾੜ ਕੇ, ਪੁੱਠੀਆਂ ਖੱਲਾਂ ਲਾ ਕੇ, ਤਸੀਹੇ ਦੇ ਕੇ ਮਾਰ ਦਿੱਤਾ। ਦੋਹਰਾ 1795 ਖਾਨ ਬਹਾਦਰ ਨਵਾਬ। ਇਹ ਖਾਨ ਬਹਾਦਰ ਜ਼ਕਰੀਏ ਖਾਨ ਨੇ 1795 ਚ ਬੜੇ ਜ਼ੁਲਮ ਕੀਤੇ ਨੇ। ਉਨ ਬਹੁ ਦੁੱਖ ਸਿੰਘਨ ਦਇਓ, ਪਾਪੀ ਵੱਡੋ ਖਰਾਬ। ਇਹ ਪੰਥ ਦਾ ਵੈਰੀ ਸੀਗਾ। 1795 ਬਿਕਰਮੀ ਹੈ ਤੇ ਈਸਵੀ ਬਣਦਾ ਹੈ 3839 ਦੇ ਨੇੜੇ ਦੇ, ਯਾਨੀ ਕਿ 1735 36 37 38 ਇਹਨਾਂ ਸਾਲਾਂ ਵਿੱਚ ਬੜੇ ਜ਼ੁਲਮ ਜ਼ਕਰੀਆ ਖਾਨ ਨੇ ਕੀਤੇ ਹਨ। ਮਨੀ ਸਿੰਘ ਜਬ ਮਾਰਿਓ, ਬੰਦ ਤਿਸਾ ਕਟਾਏ। ਜਦੋਂ ਭਾਈ ਮਨੀ ਸਿੰਘ ਜੀ ਨੂੰ ਬੰਦ ਕੱਟ ਕੇ ਜ਼ਕਰੀਆ ਨੇ ਸ਼ਹੀਦ ਕਰਵਾ ਦਿੱਤਾ। ਔਰ ਸਿੰਘ ਥੇ ਜੋ ਮਰੇ, ਕੋ ਸਭ ਸਕੈ ਗਿਨਾਏ। ਹੋਰ ਵੀ ਬੜੇ ਸਿੰਘ ਪਿੰਡਾਂ 'ਚੋਂ ਫੜ ਕੇ ਲਾਹੌਰ ਲਿਆਏ ਜਾਂਦੇ ਸੀਗੇ, ਔਰ ਉਹਨਾਂ ਸਿੰਘਾਂ ਨੂੰ ਇੱਕ ਵਾਰੀ ਕਿਹਾ ਜਾਂਦਾ ਸੀ ਵੀ ਤੁਸੀਂ ਮੁਸਲਮਾਨ ਬਣਨਾ ਪ੍ਰਵਾਨ ਕਰਦੇ ਹੋ, ਇਸਲਾਮ ਕਬੂਲ ਹੈ? ਉਹ ਕਹਿੰਦੇ ਸੀ ਨਹੀਂ, ਕਿਉਂਕਿ ਸਾਡੇ ਸਤਿਗੁਰਾਂ ਨੇ ਜਿਹੜਾ ਸਾਨੂੰ ਧਰਮ ਦਿੱਤਾ ਸਾਨੂੰ ਜਾਨ ਨਾਲੋਂ ਕਿਤੇ ਜ਼ਿਆਦਾ ਪਿਆਰਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਕੁਛ ਨਹੀਂ ਸੀ ਪੁੱਛਿਆ ਜਾਂਦਾ। ਕਿਸੇ ਨੂੰ ਚਰਖੜੀ ਤੇ ਚਾੜ ਦਿੰਦੇ ਸੀ, ਕਿਸੇ ਦੇ ਬੰਦ ਕੱਢ ਦਿੰਦੇ ਸੀ, ਕਿਸੇ ਦੀ ਖੋਪਰੀ ਲਾ ਦਿੰਦੇ ਸੀ, ਕਿਸੇ ਨੂੰ ਆਰੇ ਨਾਲ ਚੀਰ ਦਿੰਦੇ ਸੀ, ਤਸੀਹੇ ਦੇ ਕੇ ਸਿੱਖਾਂ ਨੂੰ ਮਾਰ ਦਿੰਦੇ ਸੀ। ਚੌਪਈ ਕਈ ਚਰਖ ਕਈ ਫਾਂਸੀ ਮਾਰੀ। ਉਹਨਾਂ ਜੋ ਬਹੁਤੇ ਸਿੰਘ ਕਈ ਚਰਖੜੀਆਂ ਤੇ ਚਾੜ ਕੇ ਮਾਰ ਦਿੱਤੇ, ਕਈ ਫਾਂਸੀਆਂ ਤੇ ਲਟਕਾ ਕੇ ਮਾਰ ਦਿੱਤੇ। ਕਈ ਤੋਪਣ ਕਈ ਛੁਰੀ ਕਟਾਰੀ। ਕਈਆਂ ਦੀਆਂ ਬਾਹਾਂ ਬੰਨ੍ਹ ਕੇ ਤੋਪ ਦੇ ਅੱਗੇ ਖੜਾ ਕਰ ਦਿੰਦੇ ਸੀ, ਤੋਪ ਚੱਲਦੀ ਸੀ, ਸਿੰਘ ਉੱਡ ਜਾਂਦਾ ਸੀਗਾ। ਕਈ ਤੋਪਾਂ ਅੱਗੇ ਉਡਾ ਦਿੱਤੇ ਜਿਉਂਦੇ ਹੀ, ਤੇ ਕਈਆਂ ਨੂੰ ਛੁਰੀਆਂ ਤੇ ਕਟਾਰੀਆਂ ਨਾਲ ਕੋਹ ਕੇ ਮਾਰ ਦਿੱਤਾ। ਕਈਆਂ ਕੈ ਸਿਰ ਮੁੰਗਲੀ ਕੁੱਟੇ। ਕਈਆਂ ਨੂੰ ਉਹਨਾਂ ਦੇ ਸਿਰ ਰੱਖ ਕੇ ਨਾ ਥੱਲੇ ਦੇ ਉੱਤੇ ਮੁੰਗਲੀਆਂ ਮਾਰ ਕੇ ਸਿਰ ਫੇਹ ਦਿੱਤੇ, ਜਿਵੇਂ ਕੋਈ ਗੰਢਾ ਫੇਹ ਦਈਦਾ, ਭੰਨ ਦਈਦਾ ਨਾ, ਇਦਾਂ ਮੁੰਗਲੀਆਂ ਦੇ ਨਾਲ ਸਿਰ ਫੇਹ ਦਿੱਤੇ ਜਿਉਂਦੇ ਸਿੱਖਾਂ ਦੇ। ਕਈ ਡੋਬੇ ਕਈ ਘਸੀਟ ਸੋ ਸੁੱਟੇ। ਕਈ ਪਾਣੀ 'ਚ ਡੋਬ ਕੇ ਦੇ ਕੇ ਗੋਤੇ ਦੇ ਕੇ ਮਾਰ ਦਿੱਤੇ, ਤੇ ਕਈਆਂ ਨੂੰ ਘਸੀਟ ਕੇ ਨਾ ਘੋੜਿਆਂ ਦੇ ਪਿੱਛੇ ਹਾਥੀਆਂ ਦੇ ਪੈਰਾਂ ਨਾਲ ਬੰਨ ਕੇ ਘਸੀਟਿਆ, ਘੋੜਿਆਂ ਪਿੱਛੇ ਘਸੀਟਿਆ, ਤੇ ਘਸੀਟ ਕੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਦੱਬੇ ਟੰਗੇ ਬੰਦੂਖਣ ਦਏ ਮਾਰ। ਕਈਆਂ ਨੂੰ ਜਿਉ ਧਰਤੀ 'ਚ ਦੱਬ ਦਿੱਤਾ। ਇਹ ਵੀ ਕਥਾ ਆਉਂਦੀ ਹੈ ਵੀ 7 ਸਿੰਘ ਜਿਹੜਾ ਬਾਬਾ ਭਿੱਖਾ ਜੀ ਹੋਏ ਨੇ ਭੱਟ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ, ਭੱਟ ਭਿੱਖਾ ਜੀ, ਭੱਟਾਂ ਦੇ ਸਵਈਏ, ਉਹਨਾਂ ਦੀ ਔਲਾਦ ਵਿੱਚੋਂ 7 ਭੱਟਾਂ ਨੂੰ ਜ਼ਕਰੀਆ ਖਾਨ ਨੇ ਟੋਆ ਪੱਟ ਕੇ ਤੇ ਥੱਲੇ ਦੱਬ ਕੇ ਉੱਤੇ ਮਿੱਟੀ ਪਾਤੀ ਜਿਉਂਦਿਆਂ ਦੇ ਉੱਤੇ। ਜਿਉਂਦਾ ਬੰਦਾ ਮਿੱਟੀ 'ਚ ਦੱਬਣਾ ਤੇ ਮਾਰ ਦੇਣਾ, ਪਤਾ ਨਹੀਂ ਕਿਵੇਂ ਜਾਨ ਨਿਕਲਣੀ ਹੈ।
ਇਸ ਤਰੀਕੇ ਨਾਲ ਭਾਈ ਸਾਹਿਬ ਭਿੱਖੇ ਜੀ ਦੀ ਔਲਾਦ ਵਿੱਚੋਂ 7 ਸਿੰਘਾਂ ਨੂੰ ਜ਼ਕਰੀਆ ਖਾਨ ਨੇ ਇੱਕੋ ਦਿਨ, ਉਹ ਸਾਰੇ ਇੱਕੋ ਪਰਿਵਾਰ ਦੇ ਹੀ ਸਨ, ਪਹਿਲਾਂ ਤਾਂ ਕਿਹਾ ਵੀ ਤੁਸੀਂ ਮੁਸਲਮਾਨ ਬਣ ਜਾਓ, ਪਰ ਉਹ ਕਹਿੰਦੇ ਵੀ ਸਾਡੇ ਗੁਰੂਆਂ ਨੇ ਜਿਹੜਾ ਸਾਨੂੰ ਧਰਮ ਦਿੱਤਾ ਸਾਡੇ ਵਾਸਤੇ ਉਹੀ ਪਿਆਰਾ ਹੈ। ਇਹ ਕਹਿੰਦੇ ਚੰਗਾ ਫਿਰ ਤਿਆਰ ਹੋ ਜਾਓ ਮਰਨ ਵਾਸਤੇ। ਟੋਆ ਪੱਟ ਕੇ ਵਿੱਚ ਲੰਮਿਆਂ ਪਾ ਕੇ ਜ਼ਬਰਦਸਤੀ ਮਿੱਟੀ ਪਾ ਦਿੱਤੀ, ਉੱਤੇ ਦੱਬ ਕੇ ਮਾਰ ਦਿੱਤੇ। ਸੋ ਕਈ ਦੱਬੇ ਟੰਗੇ ਬੰਦੂਖਣ ਦੇ ਮਾਰ, ਕਈ ਦਰਖਤਾਂ ਨਾਲ ਟੰਗ ਛੱਡੇ ਤੇ ਉਹਨਾਂ ਨੂੰ ਪੰਛੀ ਖਾ ਕੇ ਜਿਉਂਦਿਆਂ ਨੂੰ ਹੀ, ਤੇ ਕਈਆਂ ਨੂੰ ਗੋਲੀਆਂ ਮਾਰ ਮਾਰ ਕੇ ਮਾਰ ਦਿੱਤਾ। ਕੌਣ ਗਣੈ ਜੇ ਮਾਰੇ ਹਜ਼ਾਰ, ਕੌਣ ਗਿਣਤੀ ਕਰੇ, 1-2 ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਦੀ ਤਦਾਦ ਵਿੱਚ ਜ਼ਕਰੀਆ ਨੇ ਸਿੱਖ ਮਾਰ ਦਿੱਤੇ। ਪਾਂਤ ਪਾਂਤ ਕਈ ਪਕੜ ਬਹਾਏ, ਕਈਆਂ ਦੇ ਹੱਥ ਪੈਰ ਬੰਨ੍ਹ ਕੇ ਪੰਗਤਾਂ ਲਾ ਕੇ ਜਿਵੇਂ ਲੰਗਰ ਛਕੀਦਾ ਇਦਾਂ ਬਹਾ ਦਿੰਦਾ ਸੀਗਾ ਵੀ ਲੈਣ 'ਚ ਬਹਿ ਜਾਓ, ਹੱਥ ਪੈਰ ਬੰਨੇ ਹੁੰਦੇ ਸੀਗੇ ਤੇ ਲੈਣਾ ਵਿੱਚ ਬਹਾ ਕੇ ਸਾਥ ਤੇਗਣ ਕੇ ਸੀਸ ਉਡਾਏ। ਜਿਵੇਂ ਬੱਕਰੇ ਵੱਢੀ ਦੇ ਨਾ ਇਦਾਂ ਤਲਵਾਰਾਂ ਨਾਲ ਫਟਾਫਟ ਸਿਰ ਲਾਈ ਜਾਂਦਾ ਸੀ, ਜਲਾਦਾਂ ਨੂੰ ਲਾ ਦਿੰਦਾ ਸੀ ਵੀ ਵੱਢ ਦਿਓ ਸਿਰ ਇਹਨਾਂ ਦੇ। ਇਦਾਂ ਪੰਗਤਾਂ 'ਚ ਬੈਠੇ ਸਿੱਖਾਂ ਦੇ 10-10, 20-20, 50-50 ਸਿੱਖਾਂ ਦੇ ਇੱਕੋ ਵਾਰੀ ਸਿਰ ਲਾ ਦਿੰਦਾ ਸੀ। ਕਿਸੇ ਹੱਥ ਕਿਸੇ ਟੰਗ ਕਟਵਾਏ, ਕਿਸੇ ਦੀ ਹੱਥ ਵਢਾਉਂਦਾ ਸੀ, ਕਿਸੇ ਦੀ ਲੱਤ ਵਢਾ ਦਿੰਦਾ ਸੀ। ਅੱਖ ਕੱਢ ਕਿਸੇ ਖਲ ਕਢਵਾਏ, ਕਿਸੇ ਦੀਆਂ ਅੱਖਾਂ ਕੱਢ ਦਿੰਦਾ ਸੀ ਤੇ ਕਿਸੇ ਦੀ ਖੱਲ ਪੁੱਠੀ ਲਵਾ ਦਿੰਦਾ ਸੀ ਜ਼ਕਰੀਆ ਖਾਨ। ਕੇਸਨ ਵਾਲੋ ਜੋ ਨਰ ਹੋਈ, ਉਸ ਵੇਲੇ ਉਹਦਾ ਐਲਾਨ ਸੀ ਪੂਰੇ ਪੰਜਾਬ ਦੇ ਵਿੱਚ, ਕੇਸਾਂ ਵਾਲਾ ਜਿਹੜਾ ਵੀ ਹੋਵੇ ਆਦਮੀ, ਬਾਲ ਬਿਰਦ ਲੱਭ ਛੱਡੈ ਨਾ ਕੋਈ। ਭਾਵੇਂ ਉਹ 90 ਸਾਲ ਦਾ ਬੁੱਢਾ ਹੋਵੇ, ਭਾਵੇਂ 4 ਸਾਲ ਦਾ ਬੱਚਾ ਹੋਵੇ, ਕੇਸਾਂ ਵਾਲੇ ਨੂੰ ਨਹੀਂ ਛੱਡਣਾ। ਕੇਸਾਂ ਵਾਲਾ ਕੋਈ ਵੀ ਹੋਵੇ ਫੜ ਕੇ ਲਿਆਓ ਤੇ ਮੇਰੇ ਸਾਹਮਣੇ ਉਹਨੂੰ ਕਤਲ ਕਰ ਦਿਓ। ਜਿਹੜਾ ਸਿਰ ਵੱਢ ਕੇ ਲਿਆਏਗਾ ਕੇਸਾਂ ਵਾਲੇ ਦਾ, ਉਹਨੂੰ 80 ਰੁਪਇਆ ਇਨਾਮ ਦਿੰਦਾ ਸੀ। ਦੋਹਰਾ ਸਿੰਘਨ ਕੈ ਉਨ ਅੱਕ ਪਕੈ, ਵਿੱਚ ਮਾਰਿਓ ਹਕੀਕਤ ਰਾਈ। ਸਾਧ ਸੰਗਤ ਜੀ, ਉਹਨਾਂ ਦਿਨਾਂ ਵਿੱਚ ਹੀ ਬਟਾਲੇ ਦੇ ਰਹਿਣ ਵਾਲੇ ਭਾਈ ਹਕੀਕਤ ਰਾਏ ਜੀ ਨੂੰ ਵੀ ਸ਼ਹੀਦ ਕਰ ਦਿੱਤਾ, ਕਿਉਂਕਿ ਉਹ ਸਿੱਖਾਂ ਦੇ ਨਾਲ ਉਹਦੀ ਰਿਸ਼ਤੇਦਾਰੀ ਸੀ। ਉਹਦਾ ਸਹੁਰੇ ਪਰਿਵਾਰ ਭਾਈ ਕਿਸ਼ਨ ਸਿੰਘ ਹੋਰੀ ਅੰਮ੍ਰਿਤਧਾਰੀ ਸਿੱਖ ਸਨ। ਹਕੀਕਤ ਰਾਏ ਸਹਿਜਧਾਰੀ ਪਰਿਵਾਰ ਚੋਂ ਗੁਰੂ ਘਰ ਨੂੰ ਮੰਨਣ ਵਾਲਾ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਤੇ 17 ਕੁ ਸਾਲ ਦਾ ਉਹ ਅਜੇ ਨੌਜਵਾਨ ਸੀ, ਮਦਰਸੇ 'ਚ ਪੜ੍ਹਦਾ ਸੀ ਤੇ ਉਹਨੂੰ ਮਦਰਸੇ 'ਚ ਪੜ੍ਹਦੇ ਨੂੰ ਸਾਧ ਸੰਗਤ ਜੀ ਮੁਸਲਮਾਨ ਵਿਦਿਆਰਥੀਆਂ ਨੇ ਦੇਵੀ ਮਾਤਾ ਦਾ ਨਾਮ ਲੈ ਕੇ ਗਾਲ ਕੱਢੀ। ਉਹਨੇ ਅੱਗੋਂ ਰੋਕਿਆ ਵੀ ਭਾਈ ਦੇਵੀ ਦੇਵਤੇ ਸਾਰਿਆਂ ਦੇ ਸਾਂਝੇ ਹੁੰਦੇ ਆ, ਮਾੜਾ ਨਾ ਬੋਲੋ। ਉਹ ਫੇਰ ਹਟੇ ਨਹੀਂ। ਅੱਗੋਂ ਫਿਰ ਹਕੀਕਤ ਰਾਏ ਨੇ ਵੀ ਜਵਾਬ ਦਿੱਤਾ। ਜਦੋਂ ਜਵਾਬ ਦਿੱਤਾ ਤੇ ਉਹਨਾਂ ਨੇ ਫਤਵਾ ਲਵਾਤਾ ਵੀ ਇਹ ਤੇ ਸ਼ਰਅ ਨੂੰ ਗਾਲਾਂ ਕੱਢਦਾ, ਇਸਲਾਮ ਨੂੰ ਗਾਲਾਂ ਕੱਢਦਾ। ਤੇ ਭਾਈ ਹਕੀਕਤ ਰਾਏ ਜੀ ਨੂੰ ਨਖਾਸ ਚੌਂਕ ਲਾਹੌਰ ਲਿਜਾ ਕੇ ਬਸੰਤ ਪੰਚਮੀ ਵਾਲੇ ਦਿਨ ਉਹਨਾਂ ਦੀ ਗਰਦਨ ਉਤਾਰ ਦਿੱਤੀ, ਨੌਜਵਾਨ ਨੂੰ ਸ਼ਹੀਦ ਕਰ ਦਿੱਤਾ। ਇਦਾਂ ਇੱਕ ਨਹੀਂ, ਬਹੁਤ ਸਾਰੇ ਹਿੰਦੂ ਤੇ ਸਹਿਜਧਾਰੀ ਸਿੱਖ, ਅੰਮ੍ਰਿਤਧਾਰੀ ਸਿੰਘ ਸਾਰੇ ਜ਼ਕਰੀਆ ਨੇ ਮਰਵਾ ਦਿੱਤੇ। ਜੈਸੇ ਬਣਿਓ ਮਾਸ ਹਿਤ ਖਾਵਤ ਰੋੜ ਬਣਾਏ। ਜਿਵੇਂ ਕਹਿੰਦੇ ਬਾਣੀਆਂ ਨਾ, ਮਾਸ ਖਾਣ ਨੂੰ ਜੀ ਕਰਦਾ ਸੀ ਉਹਦਾ, ਪਰ ਖਰਚਾ ਨਹੀਂ ਸੀ ਕਰ ਸਕਦਾ। ਤੇ ਉਹਨੇ ਕੀ ਕੀਤਾ, ਆਪਣੀ ਤੌੜੀ ਦੇ ਵਿੱਚ ਨਾ ਰੋੜੇ ਪਾ ਲਏ ਤੇ ਉੱਤੋਂ ਹਲਦੀ ਮਿਰਚ ਲੂਣ ਮਸਾਲਾ ਪਾ ਕੇ ਤੜਕਾ ਲਾ ਕੇ ਉਹ ਰੋੜਾਂ ਨੂੰ ਚੂਸਦਾ ਰਿਹਾ ਵੀ ਮੈਂ ਮਾਸ ਵਾਲਾ ਸਵਾਦ ਆ ਜਾਵੇ। ਯਾਨੀ ਕਹਿਣ ਦਾ ਮਤਲਬ ਹੈ ਵੀ ਸਿੱਖ ਤੇ ਲੱਭਦੇ ਨਹੀਂ ਸੀ ਛੇਤੀ, ਜਦੋਂ ਤਾਂ ਖਾੜਕੂ ਸ਼ਸਤਰਧਾਰੀ ਲੰਘ ਜਾਂਦੇ ਸੀਗੇ ਉਹਦਾ ਨਹੀਂ ਸੀ ਛੇਤੀ ਕਾਬੂ ਆਉਂਦੇ। ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਨਾ, ਗਰੀਬ ਸਿੱਖ ਸਹਿਜਧਾਰੀ ਹਿੰਦੂ ਵਿਚਾਰੇ, ਉਹਨਾਂ ਨੂੰ ਫੜ ਕੇ ਲਿਆਉਂਦਾ ਸੀ, ਉਹਨਾਂ ਉੱਤੇ ਗੁੱਸਾ ਕੱਢ ਦਿੰਦਾ। ਜੈਸੇ ਸਾਲਨ ਹਿਤ ਬਾਣੀਓ ਰੋਰਨ ਖਾਦ ਬਣਾਏ, 10ਵੇਂ ਪਾਤਸ਼ਾਹ ਦੀ ਬਾਣੀ ਹੈ। ਮਹਾਰਾਜ ਕਹਿੰਦੇ ਜਿਵੇਂ ਬਾਣੀਆਂ ਨਾ ਖਾਣ ਵਾਸਤੇ ਮਾਸ ਮਹਾਂਪ੍ਰਸ਼ਾਦ, ਤੇ ਉਹ ਤੇ ਖਰਚਾ ਨਹੀਂ ਕਰਨਾ ਚਾਹੁੰਦਾ ਵੀ ਉਹ ਮਹਿੰਗਾ ਆਉਂਦਾ, ਤੇ ਉਹ ਕਹਿੰਦਾ ਵੀ ਰੋੜ ਪਾ ਲਓ ਤੇ ਰੋੜਾਂ ਨੂੰ ਹਲਦੀ ਮਸਾਲਾ ਲਾ ਕੇ ਤੇ ਚੂਸ ਲਓ, ਕਹਿੰਦੇ ਬਸ ਕੰਮ ਬਣ ਗਿਆ। ਇਹ ਸੀ ਜ਼ਕਰੀਆ ਦੀ ਹਾਲਤ ਵੀ ਸਿੰਘ ਦੇ ਲੱਭਦੇ ਨਹੀਂ ਸੀਗੇ, ਤੇ ਉਹਦੀ ਥਾਂ ਤੇ ਉਹ ਸਿੰਘਾਂ ਦੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ, ਭੈਣਾਂ ਨੂੰ ਔਰ ਵੀ ਸਿੰਘਾਂ ਦੇ ਬਜ਼ੁਰਗਾਂ ਨੂੰ, ਰਿਸ਼ਤੇਦਾਰਾਂ ਨੂੰ ਮਰਵਾ ਦਿੰਦਾ ਸੀ। ਚਉ ਪਈ ਜਬੈ ਖਾਲਸੇ ਬਹੁ ਦੁਖ ਦਇਓ।
ਇਸ ਤਰ੍ਹਾਂ ਜਦੋਂ ਖਾਲਸੇ ਨੂੰ ਵੱਡੇ ਭਾਰੀ ਦੁੱਖ ਤਸੀਹੇ ਦਿੱਤੇ, 4 ਕੁੰਟ ਮੈਂ ਚੋਰ ਸੋ ਭਇਓ। ਚਾਰੇ ਪਾਸੇ ਰੌਲਾ ਪੈ ਗਿਆ। ਖਾਲਸਾ ਜੀ ਉਸ ਸਮੇਂ ਮਹਾਰਾਜ ਦੇ ਦਰਬਾਰ 'ਚ ਵੀ ਫਰਿਆਦ ਸੁਣੀ ਗਈ, ਕਿਉਂਕਿ ਜਦੋਂ ਕੋਈ ਬੰਦਾ ਅੱਤ ਕਰਦਾ ਨਾ, ਕਹਿੰਦੇ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਜੀ। ਇਹ ਸਿਆਣਿਆਂ ਦੀ ਕਹਾਵਤ ਹੈ ਵੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਜੀ। ਭਾਈ ਮਨੀ ਸਿੰਘ ਦੀ ਸ਼ਹੀਦੀ ਅੱਤ ਸੀਗੀ ਤੇ ਬੇਗੁਨਾਹਾਂ ਦੀਆਂ ਸ਼ਹੀਦੀਆਂ, ਬੇਗੁਨਾਹ ਦੀਆਂ ਆਵਾਜ਼ਾਂ ਉਸ ਦਰਗਾਹ 'ਚ ਪਹੁੰਚ ਗਈਆਂ। ਉਹ ਅਕਾਲ ਪੁਰਖ ਨੇ ਸੁਣ ਲਈਆਂ। ਈਰਾਨ ਤੋਂ ਇੱਕ ਮਹਾਬਲੀ ਤੁਰਿਆ ਜਿਸ ਦਾ ਨਾਮ ਸੀ ਨਾਦਰ ਸ਼ਾਹ। ਉਹ ਨਾਦਰ ਸ਼ਾਹ 2.5 ਲੱਖ ਫੌਜ ਲੈ ਕੇ ਹਿੰਦੁਸਤਾਨ ਤੇ ਚੜ੍ਹਿਆ। ਜਿਹੜਾ ਜ਼ਕਰੀਆ ਸਿੱਖਾਂ ਦਾ ਵੈਰੀ ਬਣਿਆ ਸੀ, ਉਹਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਦਿੱਲੀ ਵਾਲਿਆਂ ਨੂੰ ਆਪਣਾ ਫਿਕਰ ਪੈ ਗਿਆ ਵੀ ਸਾਡੇ ਤੇ ਹਮਲਾ ਹੋ ਗਿਆ ਬਾਹਰਲੇ ਮੁਲਕ ਤੋਂ, ਈਰਾਨ ਇਰਾਕ ਵੱਲੋਂ। ਉਹ ਭਾਰੀ ਫੌਜ ਕਾਬਲ ਤੋਂ ਹੁੰਦੀ ਹੋਈ ਪਿਸ਼ਾਵਰ, ਜਲਾਲਾਬਾਦ, ਮੁਲਤਾਨ, ਲਾਹੌਰ ਨੂੰ ਫਤਿਹ ਕਰਦੀ ਦਿੱਲੀ ਪਹੁੰਚੀ। ਨਾਦਰ ਦੇ ਆਉਣ ਨਾਲ ਸਿੰਘਾਂ ਨੂੰ ਬੜਾ ਫਾਇਦਾ ਹੋਇਆ। ਜਿਹੜੇ ਸਿੰਘ ਵਿਚਾਰੇ ਖਿੰਡੇ ਫੁੰਡੇ ਫਿਰਦੇ ਸੀ, ਜਾਨਾਂ ਬਚਾਉਂਦੇ, ਲੁਕਦੇ ਛਿਪਦੇ, ਇੱਕਦਮ ਇਕੱਠੇ ਹੋ ਗਏ ਤੇ ਪੰਜਾਬ ਤੋਂ ਥੋੜੀ ਸਾਈਡ ਤੇ ਹੋ ਗਏ ਵੀ ਨਾਦਰ ਨੂੰ ਲੰਘ ਜਾਣ ਦਈਏ। ਉਹ ਨਾਦਰ ਦੇ ਆਉਣ ਦਾ ਸਿੱਖਾਂ ਨੂੰ ਕੀ ਫਾਇਦਾ ਹੋਇਆ, ਉਹਦੀ ਕਥਾ ਭਾਈ ਸਾਹਿਬ ਜੀ ਅਗਲੇ ਪ੍ਰਕਰਣ ਵਿੱਚ ਸਰਵਣ ਕਰਾਉਣਗੇ।